ਧੰਨਵਾਦ ਸਾਰੀ ਪ੍ਰੈਸ ਸਾਹਿਬਾਨ ਦਾ। ਅੱਜ ਅਸੀਂ ਸਾਂਝਾ ਪੰਜਾਬ ਮੋਰਚਾ ਦੇ ਬੈਨਰ ਥੱਲੇ 10 ਪੋਲੀਟੀਕਲ ਪਾਰਟੀਆਂ ਇਕੱਠੇ ਹੋਏ ਹਾਂ। ਸਾਡਾ ਇੱਕ ਪੰਜਾਬ ਲਈ ਦਰਦ ਹੈ, ਜਿਸ ਮੰਚ ਮੈਂ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ। ਅਸੀਂ ਸੁਰੇਸ਼ ਵਰਮਾ ਜੀ ਦੇ ਅਧੀਨ ਰਾਸ਼ਟਰੀ ਕਿਸਾਨ ਮੋਰਚਾ ਦਿੱਲੀ ਲਾਇਆ। ਸਾਰਾ ਸਾਲ ਅਸੀਂ ਉੱਥੇ ਬੈਠੇ ਰਹੇ। ਸਾਡੇ ਪੰਜਾਬ ਦੇ ਕਨਵੀਨਰ ਹਰਚੰਦ ਸਿੰਘ ਜੀ ਵੀ ਉੱਥੇ ਬੈਠੇ ਰਹੇ ਆ। ਅਸੀਂ ਮੱਧ ਪ੍ਰਦੇਸ਼, ਬਿਹਾਰ, ਜਿੰਨਾ ਸਾਊਥ ਇੰਡੀਆ ਦਾ ਕਿਸਾਨ ਸੀ ਸਾਰਾ ਇਕੱਠਾ ਕਰਕੇ ਦਿੱਲੀ ਇਕੱਠਾ ਕੀਤਾ, ਤਾਂ ਜੋ ਅਸੀਂ ਕਿਸਾਨ ਤੇ ਮਜ਼ਦੂਰ ਦਾ ਜਿਹੜਾ ਲਾਇਆ ਮੋਰਚਾ ਹੈ ਉਸ ਨੂੰ ਕਾਮਯਾਬ ਕਰ ਸਕੀਏ। ਪਰੰਤੂ ਜਦੋਂ ਚੜੂੰਨੀ ਸਾਹਿਬ ਨੇ ਰਾਜਨੀਤਿਕ ਤੌਰ ਤੇ ਐਲਾਨਿਆ ਕਿ ਮੈਂ ਰਾਜਨੀਤਿਕ ਲੜਾਈ ਲੜਾਂਗਾ ਮਿਸ਼ਨ ਪੰਜਾਬ ਦੇ ਥੱਲੇ, ਉਦੋਂ ਕੀ ਹੋਇਆ, ਰਾਜੇਵਾਲ ਸਾਹਿਬ ਤੇ ਦੂਜੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਨੇ ਕਿਸਾਨ ਮੋਰਚੇ ਚੋਂ ਕੱਢ ਦਿੱਤਾ। ਸਾਡੇ ਕਰਮਵੀਰ ਜੀ ਲਾਲੀ ਬੈਠੇ ਆ, ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ। ਚੜੂੰਨੀ ਸਾਹਿਬ ਨੂੰ ਪੰਜਾਬ 'ਚ ਸਾਰੇ ਪੰਜਾਬ ਦੇ ਵਿੱਚ ਘੁਮਾਇਆ ਔਰ ਇੱਥੇ ਐਸਟੈਬਲਿਸ਼ ਕੀਤਾ। ਉਸ ਤੋਂ ਬਾਅਦ ਰਾਜੇਵਾਲ ਸਾਹਿਬ ਵੀ ਰਾਜਨੀਤੀ 'ਚ ਆ ਗਏ। ਜਦੋਂ ਉਹ ਰਾਜਨੀਤੀ 'ਚ ਆ ਗਏ ਤਾਂ ਫਿਰ ਸਮਝ ਨਹੀਂ ਆਈ ਕਿ ਫਿਰ ਉਹ ਸਾਰਾ ਠੀਕ ਲੱਗਿਆ। ਅਸੀਂ ਇਹ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਨਾਲ ਅਸੀਂ ਇਹਨਾਂ ਸਾਰਿਆਂ ਨੂੰ ਇਕੱਠੇ ਕੀਤੇ। ਉਸ ਬੰਚ ਅਸੀਂ ਰਾਜੇਵਾਲ ਸਾਹਿਬ ਕੋਲ ਗਏ। ਰਾਜੇਵਾਲ ਸਾਹਿਬ ਨੇ ਕਿਹਾ ਮੇਰੇ ਚੜੂੰਨੀ ਸਾਹਿਬ ਨਾਲ ਗੱਲ ਕੇਜਰੀਵਾਲ ਸਾਹਿਬ ਨਾਲ ਗੱਲ ਚੱਲ ਰਹੀ ਹੈ। ਉਸ ਤੋਂ ਬਾਅਦ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਬਹੁਤ ਵੱਡਾ ਮੋਰਚਾ ਜਲੰਧਰ 2 ਜਨਵਰੀ ਨੂੰ ਲਾਇਆ ਤੇ ਰਾਜੇਵਾਲ ਸਾਹਿਬ ਨੂੰ ਪਿਛਾਂ ਖਿੱਚ ਕੇ ਲਿਆਏ। ਜਦੋਂ ਪਿਛਾਂ ਖਿੱਚ ਕੇ ਲਿਆਏ ਉਹਦੇ ਵਿੱਚ ਅਸੀਂ ਸ਼ਾਮਲ ਹੋਏ। ਸਾਡੇ 'ਚ ਸ਼ਾਮਲ ਹੈ ਸਰ ਰੇਸ਼ਮ ਸਿੰਘ ਜੀ ਕਾਲੋ, ਜੋ ਪੰਜਾਬ ਦੇ ਨਰੇਗਾ ਵਰਕਰ ਫਰੰਟ ਦੇ ਪ੍ਰਧਾਨ ਹੈ। ਇਸੇ ਤਰ੍ਹਾਂ ਸਾਡੇ 'ਚ ਕਰਮਵੀਰ ਜੀ ਲਾਲੀ ਜਿਹੜੇ MKD ਦੇ ਪ੍ਰਧਾਨ ਹੈ, ਮਜ਼ਦੂਰ ਕਿਸਾਨਾਂ ਦੇ ਲੀਡਰ ਹੈ। ਰਜਿੰਦਰ ਰਾਣਾ ਜੀ ਭਾਰਤ ਮੁਕਤੀ ਮੋਰਚਾ ਦੇ, ਪਾਸਟਰ ਬਾਜਵਾ ਜੀ ਜਲੰਧਰ ਤੋਂ ਬਹੁਤ ਮਸ਼ਹੂਰ ਹਸਤੀ ਹੈ ਔਰ ਇਹਨਾਂ ਦੀ ਪਾਰਟੀ ਵੀ ਬਣਾਈ ਹੈ ਕ੍ਰਿਸ਼ਨਾ ਦੀ। ਗੁਰਮੀਤ ਸਿੰਘ ਪ੍ਰਧਾਨ ਸਰਪੰਚ ਯੂਨੀਅਨ, ਸ਼੍ਰੀਮਤੀ ਹਰਮੀਤ ਕੌਰ ਤੇ ਕਰਮਜੀਤ ਸਿੰਘ ਜੀ ਭੁੱਟਾ, ਸਾਡੇ ਲੀਗਲ ਐਡਵਾਈਜ਼ਰ ਸਰ ਕੁਲਵੰਤ ਸਿੰਘ, ਤੇ ਇਹ ਸਾਰੀਆਂ ਪਾਰਟੀਆਂ ਸਾਡੇ 'ਚ ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਸ੍ਰੀ ਮੁਕਤਸਰ ਸਾਹਿਬ, ਇਹ ਸਾਰੀਆਂ ਯੂਨੀਅਨਾਂ ਸਾਡੇ ਨਾਲ ਹੁਣ ਸ਼ਾਮਲ ਹੈ। ਇਹਨਾਂ ਨੇ ਕਿਸਾਨਾਂ ਦੀਆਂ ਯੂਨੀਅਨਾਂ ਜਥੇਬੰਦੀਆਂ, ਉਹਨਾਂ ਨੇ ਰਲ ਕੇ ਇੱਕ ਉਪਰਾਲਾ ਕੀਤਾ, ਰਾਜੇਵਾਲ ਤੇ ਕੇਜਰੀਵਾਲ ਸਾਹਿਬ ਨੂੰ ਇਕੱਠੇ ਕੀਤਾ। ਅਸੀਂ ਜਦੋਂ ਇਹਨਾਂ ਨੂੰ ਇਕੱਠੇ ਕਰ ਲਿਆ ਤੇ ਸਾਨੂੰ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਸ਼ਾਮਲ ਹੋ। ਅਸੀਂ ਬਤੌਰ ਸਾਰੇ ਹੀ ਇੱਕ ਮੋਰਚਾ ਬਣਾ ਕੇ ਉੱਥੇ ਸ਼ਾਮਲ ਹੋਏ ਔਰ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਕਿਸਾਨਾਂ ਔਰ ਮਜ਼ਦੂਰਾਂ ਨੂੰ ਅਸੀਂ ਟਿਕਟਾਂ ਬਰਾਬਰਤਾ ਦੇ ਆਧਾਰ ਤੇ ਦੇਵਾਂਗੇ। ਹੌਲੇ ਸਾਡੇ ਨਾਂ ਕੱਟਦੇ ਗਏ ਤੇ ਕਿੱਥੇ 30-35 ਸੀਟਾਂ ਦੀ ਗੱਲ ਕਰਦੇ ਸੀ, ਮੁੜ ਕੇ ਇੱਕ ਦੀਆਂ ਸੀਟਾਂ 'ਤੇ ਆ ਗਏ। ਉਹਦਾ ਕਾਰਨ ਮੈਂ ਸਮਝਿਆ ਕਿ ਉੱਥੇ ਰਜਵਾੜੇ ਸਾਹੀ ਵੜ ਗਈ, ਕੱਡੇ ਵੱਡੇ ਲੀਡਰ ਦੂਜੀਆਂ ਪਾਰਟੀਆਂ 'ਚੋਂ ਵੜ ਗਏ। ਪਤਾ ਨਹੀਂ ਕੀ ਮਾਪਦੰਡ ਰੱਖਿਆ, ਜਿਨ੍ਹਾਂ ਬੰਦਿਆਂ ਨੇ ਕਿਸਾਨਾਂ ਦੀ ਲੜਾਈ 'ਚ ਕੋਈ ਹਿੱਸਾ ਨਹੀਂ ਲਿਆ, ਦਿੱਲੀ ਗਏ ਨਹੀਂ, ਕਿਸਾਨ ਮੋਰਚੇ 'ਚ ਖੜੇ ਨਹੀਂ, ਕਿਸੇ ਦੀ ਕੋਈ ਮਦਦ ਨਹੀਂ ਕੀਤੀ, ਕਦੇ ਖੇਤੀ ਨਹੀਂ ਕੀਤੀ, ਕਦੇ ਖੇਤੀ ਨਾਲ ਸੰਬੰਧ ਹੀ ਨਹੀਂ ਉਹਨਾਂ ਦਾ, ਮਿੱਟੀ ਨੂੰ ਹੱਥ ਨਹੀਂ ਲਾਇਆ। ਅੱਜ ਉਹ ਰਜਵਾੜੇ ਸਾਹੀ ਸਾਰੀਆਂ ਟਿਕਟਾਂ ਰਾਜੇਵਾਲ ਸਾਹਿਬ ਨੇ ਉਹਨਾਂ ਨੂੰ ਵੰਡ ਦਿੱਤੀਆਂ। ਉਸ ਸੰਬੰਧ 'ਚ ਅਸੀਂ ਰਲ ਕੇ ਸਾਂਝਾ ਮੋਰਚਾ ਸਾਂਝਾ ਪੰਜਾਬ ਮੋਰਚਾ ਬਣਾਇਆ ਔਰ ਇਹ ਸਾਂਝਾ ਪੰਜਾਬ ਮੋਰਚਾ ਅੱਜ 42 ਟਿਕਟਾਂ ਜਾਰੀ ਕਰਨ ਜਾ ਰਿਹਾ ਹੈ। ਅਸੀਂ ਕਿਸਾਨ ਅਸੀਂ ਹਾਂ, ਮਜ਼ਦੂਰ ਅਸੀਂ ਹਾਂ। ਰਾਜੇਵਾਲ ਸਾਹਿਬ ਤਾਂ ਵੱਡੇ ਸ਼ੈਲਰਾਂ ਦੇ ਮਾਲਕ ਤੇ ਵੱਡੇ ਰਜਵਾੜੇ ਸ਼ਾਹੀ ਹੈ, ਉੱਥੇ ਉਹ ਰਜਵਾੜੇ ਸ਼ਾਹੀ ਨੂੰ ਟਿਕਟਾਂ ਉਹਨਾਂ ਨੇ ਦਿੱਤੀਆਂ। ਸਾਡਾ ਜਿਹੜਾ ਮੇਨ ਮੈਨੀਫੈਸਟੋ ਹੋਏਗਾ ਉਹਦੇ 'ਚ ਅਸੀਂ ਕਿਸਾਨਾਂ ਨੂੰ MSP, ਜਿਹੜਿਆਂ ਕਿਸਾਨਾਂ ਤੇ FIR ਦਰਜ ਹੋਈ ਵਾਪਸੀ ਕਰਵਾਵਾਂਗੇ, ਟਰੈਕਟਰ ਟਰਾਲੀਆਂ ਜਾਂ ਜੋ ਵੀ ਸਮਾਨ ਦਿੱਲੀ ਪੁਲਿਸ ਵੱਲੋਂ ਜ਼ਬਤ ਕੀਤਾ ਗਿਆ ਉਹ ਛਡਾਵਾਂਗੇ। ਬੇਅਦਬੀ ਦਾ ਮਸਲਾ ਜਿਹੜਾ ਬਹੁਤ ਹੀ ਗੰਭੀਰ ਹੈ ਪੰਜਾਬ ਦੇ ਵਿੱਚ, ਉਸ 'ਤੇ ਕਾਰਵਾਈ ਕਰਾਂਗੇ। ICU ਤੱਕ ਸਾਰੇ ਸਮਾਜ ਦੇ ਜਿੰਨੇ ਸਿਟੀਜ਼ਨ ਹੈ ਉਹਨਾਂ ਨੂੰ ਹੈਲਥ ਫੈਸਿਲਿਟੀ ਦੇਵਾਂਗੇ, ਸਸਤੀ ਨਿਰਵਿਘਨ ਬਿਜਲੀ ਦੇਵਾਂਗੇ,
ਥਿਓਰੀਅਮ ਇੰਡੀਆ ਦਾ ਸਭ ਤੋਂ ਵੱਡਾ ਭੰਡਾਰ ਇੰਡੀਆ ਦੇ ਵਿੱਚ ਹੈ, ਦੁਨੀਆ ਦਾ ਸਭ ਤੋਂ ਵੱਡਾ ਭੰਡਾਰ ਜਿਸ ਤੋਂ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਮੈਨੂੰ ਨਹੀਂ ਸਮਝ ਆਈ ਪਿਛਲੇ 74 ਸਾਲ ਤੋਂ ਥਿਓਰੀਅਮ ਨੂੰ ਯੂਜ਼ ਨਹੀਂ ਕੀਤਾ ਗਿਆ। ਅਸੀਂ ਦੁਨੀਆ ਨੂੰ ਬਿਜਲੀ ਦੇ ਸਕਦੇ ਹਾਂ। ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ, ਇੰਡੀਆ ਨਹੀਂ, ਕਿਤੇ ਨੈੱਟ ਖੋਲ ਕੇ ਦੇਖ ਲਿਓ, ਥਿਓਰੀਅਮ ਦੁਨੀਆ ਦਾ ਸਭ ਤੋਂ ਵੱਡਾ ਭੰਡਾਰ ਇੰਡੀਆ 'ਚ ਹੈ। ਇਹ ਸਮਝ ਨਹੀਂ ਆਈ ਕਿ ਅਸੀਂ ਯੂਰੇਨੀਅਮ ਉਸ ਤੋਂ ਸਸਤੀ ਚੀਜ਼, ਘੱਟ ਐਕਟਿਵ ਚੀਜ਼ ਖਰੀਦ ਰਹੇ ਹਾਂ ਬਾਹਰੋਂ ਕਰੋੜਾਂ ਡਾਲਰ ਲਾ ਕੇ। ਅਸੀਂ ਉਹ ਵੀ ਯੂਜ਼ ਕਰਾਂਗੇ। ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਧਾਵਾਂਗੇ, ਉਹਨਾਂ ਦੀ ਫੈਸਿਲਿਟੀ ਦੇਵਾਂਗੇ, ਸੁੱਖ ਸਹੂਲਤਾਂ 'ਚ ਉਹਨਾਂ ਦਾ ਧਿਆਨ ਰੱਖਾਂਗੇ। ਕੋਈ ਮਜ਼ਦੂਰ ਨੂੰ ਸੁੱਖ ਤਾਂ ਮਿਲਦੇ ਹੀ ਨਹੀਂ ਕਿਤੇ। ਵਿਕਲਾਂਗਾਂ ਵਾਸਤੇ ਵਿਸ਼ੇਸ਼ ਸਹੂਲਤਾਂ, ਮਹਿੰਗਾਈ ਨੂੰ ਅਸੀਂ ਨੱਥ ਪਾਵਾਂਗੇ, ਕਾਨੂੰਨ ਦਾ ਰਾਜ, ਰੂਲ ਆਫ ਲਾ ਲਾਗੂ ਕਰਾਂਗੇ। ਦਾਗੀ ਲੋਕਾਂ ਨੂੰ ਰਾਜਨੀਤੀ 'ਚ ਨਹੀਂ ਆਉਣ ਦੇਵਾਂਗੇ ਤੇ ਰਾਜਨੀਤੀ ਵਿੱਚ ਰਾਜਵਾੜੇ ਸਾਹੀ ਵੀ ਨਹੀਂ ਚੱਲਣ ਦੇਵਾਂਗੇ। ਬਾਹਰ ਲੋਕ ਜਿਹੜੇ ਜਾਂਦੇ ਪੜ੍ਹਾਈ ਵਾਸਤੇ, ਉਹਨਾਂ ਦੀ ਪੜ੍ਹਾਈ ਵਾਸਤੇ ਵੀ ਅਸੀਂ ਬਹੁਤ ਕੁਝ ਅੱਛਾ ਲਵਾਂਗੇ। ਜਿਹੜੀਆਂ ਟਿਕਟਾਂ ਉੱਥੇ ਵੰਡੀਆਂ ਜਾ ਰਹੀਆਂ, ਸਰ ਕੁਲਵੰਤ ਸਿੰਘ ਜੀ ਸੰਧੂ ਆ ਉੱਥੇ, ਪ੍ਰੇਮ ਸਿੰਘ ਜੀ ਹੈ, ਪ੍ਰੋਫੈਸਰ ਮਨਜੀਤ ਸਿੰਘ ਜੀ ਹੈ, ਇਹ ਉਹਨਾਂ ਦੇ ਮੈਂਬਰ ਹੈ। ਔਰ ਇਹਨਾਂ ਬੰਦਿਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੇ ਨਾਲ ਅਸੀਂ ਖੜੇ ਹਾਂ। ਅੱਜ ਉਹ ਸਾਰੇ ਬੰਦੇ ਸਾਡੇ ਵੱਲੋਂ ਦੌੜ ਗਏ ਆ। ਇਸ ਕਰਕੇ ਅਸੀਂ ਸਾਂਝਾ ਮੋਰਚਾ ਬਣਾਇਆ ਔਰ ਇਹ ਸਾਂਝੇ ਮੋਰਚੇ ਥੱਲੇ ਅੱਜ 42 ਸੀਟਾਂ ਜਾਰੀ ਕਰ ਰਹੇ ਹਾਂ। ਤੇ ਅਸੀਂ ਆਉਣ ਵਾਲੇ ਸਮੇਂ 'ਚ ਜੇ ਸਾਨੂੰ ਲੋਕ ਮੌਕਾ ਦਿੰਦੇ ਆ ਤਾਂ ਅਸੀਂ ਪੂਰੀ ਸਿਰ ਤੋੜ ਮਿਹਨਤ ਕਰਕੇ ਉਹਨਾਂ ਦੀ ਭਲਾਈ ਦਾ ਕੰਮ ਕਰਾਂਗੇ। ਧੰਨਵਾਦ। ਅਸੀਂ ਨਿਰਾਸ਼ ਹੋਏ ਹਾਂ ਬਹੁਤ ਜ਼ਿਆਦਾ ਸਰਦਾਰ ਰਾਜੇਵਾਲ ਸਾਹਿਬ ਤੋਂ ਤੇ ਚੂਨੀ ਸਾਹਿਬ ਤੋਂ। ਚੂਨੀ ਸਾਹਿਬ ਨੂੰ ਪੰਜਾਬ ਦੇ ਵਿੱਚ ਇਸੇ ਹੀ ਪ੍ਰੈਸ ਕਲੱਬ ਦੇ ਵਿੱਚ ਇੱਥੇ 28 ਸੈਕਟਰ ਅਸੀਂ ਉਹਨਾਂ ਦਾ ਬਹੁਤ ਵੱਡਾ ਫੰਕਸ਼ਨ ਕਰਾਇਆ, ਲੁਧਿਆਣੇ ਵਿੱਚ ਕਰਾਇਆ, ਜਦੋਂ ਉਹਨਾਂ ਨੂੰ ਕੋਈ ਨਹੀਂ ਜਾਣਦਾ ਸੀਗਾ। ਤੇ ਪੰਜਾਬ ਦੇ ਚੱਪੇ ਚੱਪੇ ਦੇ ਵਿੱਚ ਉਹਨਾਂ ਨੂੰ ਹਰ ਥਾਂ 'ਤੇ ਅਸੀਂ ਲੈ ਕੇ ਕਾਮਯਾਬ ਕੀਤਾ ਅਤੇ ਉਹਨਾਂ ਦੀ ਹਰ ਥਾਂ ਦੇ ਉੱਤੇ ਉਹਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਅਗਾਂਹ ਰੱਖਿਆ ਉਹਨਾਂ ਨੂੰ। ਮੇਨ ਰੀਜ਼ਨ ਇਹ ਸੀਗਾ ਕਿ ਉਸ ਵਕਤ ਤੱਕ ਰਾਜੇਵਾਲ ਸਾਹਿਬ ਇਹ ਡਿਸੀਜਨ ਨਹੀਂ ਕਰ ਪਾਏ ਸਨ ਕਿ ਇਲੈਕਸ਼ਨ ਹੋਣੀ ਹੈ ਜਾਂ ਨਹੀਂ ਹੋਣੀ, ਤੇ ਸਾਨੂੰ ਲੜਨੀ ਹੈ ਜਾਂ ਨਹੀਂ ਲੜਨੀ। ਤੇ ਸਾਨੂੰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਲੈਕਸ਼ਨ ਇਸ ਵੇਲੇ ਨਹੀਂ ਲੜਨੀ, ਜਦ ਕਿ ਚਰੂਨੀ ਸਾਹਿਬ ਇਲੈਕਸ਼ਨ ਦੇ ਫੇਵਰ ਦੇ ਵਿੱਚ ਸੀਗੇ। ਤੇ ਚਰੂਨੀ ਤੇ ਅਸੀਂ ਵੀ ਚਾਹੁੰਦੇ ਸੀਗੇ ਕਿ ਜਿਹੜੀ ਸਮਾਜਿਕ ਜਿਹੜੀ ਇਹ ਰਾਜਨੀਤਿਕ ਤੰਤਰ ਬਣਿਆ ਹੋਇਆ, ਜਿਹੜਾ ਸਿਸਟਮ ਬਣਿਆ ਹੋਇਆ, ਜਿਹਦੇ ਵਿੱਚ ਜਿਹੜੇ SHO ਹੋ ਗਏ, MLA ਹੋ ਗਏ, ਤਾਂ ਇਹਨਾਂ ਨੇ ਜਿਹੜਾ ਰੇਤ ਤੇ ਬਜਰੀ ਦਾ ਇਹ ਮਾਫੀਆ ਦਾ ਬਿਜ਼ਨਸ, ਇਹਨੂੰ ਤੰਤਰ ਨੂੰ ਖਤਮ ਕਰਨ ਲਈ ਸਾਨੂੰ ਰਾਜਨੀਤੀ ਵਿੱਚ ਆਉਣਾ ਹੀ ਪਵੇਗਾ। ਤੇ ਉਸ ਵਕਤ ਅਸੀਂ ਕੋਸ਼ਿਸ਼ ਕੀਤੀ ਕਿ ਕਿਉਂਕਿ ਬਹੁਤ ਵੱਡੇ ਸਾਨੂੰ ਲੀਡਰ ਲੱਗੇ ਚੂਨੀ ਸਾਹਿਬ, ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਏ। ਉਸ ਤੋਂ ਬਾਅਦ ਰਾਜੇਵਾਲ ਸਾਹਿਬ ਨੇ ਡਿਸਾਈਡ ਕੀਤਾ ਕਿ ਉਹ ਵੀ ਇਲੈਕਸ਼ਨ ਲੜਨਗੇ। ਪਹਿਲਾਂ ਤਾਂ ਕਿਹਾ ਕਿ ਇਹ ਇਲੈਕਸ਼ਨ ਲੜਨੀ ਹੀ ਗਲਤ ਗੱਲ ਹੈ, ਬਾਅਦ 'ਚ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਇਲੈਕਸ਼ਨ ਲੜਨਗੇ। ਤੇ ਸਾਡੀਆਂ ਜਿਹੜੀਆਂ 34-35 ਸੀਟਾਂ ਸੀਗੀਆਂ ਉਹ ਉਹਨਾਂ ਨੇ ਵਾਅਦਾ ਸਾਨੂੰ ਚੂਨੀ ਸਾਹਿਬ ਨੇ ਵੀ ਕੀਤਾ, ਰਾਜੇਵਾਲ ਸਾਹਿਬ ਨੇ ਵੀ ਕੀਤਾ। ਪਰ ਹੌਲੀ ਹੌਲੀ ਰਾਜੇਵਾਲ ਸਾਹਿਬ ਵੀ ਇਲੈਕਸ਼ਨ ਲਈ ਤਿਆਰ ਹੋ ਗਏ, ਚੂਨੀ ਸਾਹਿਬ ਵੀ ਇਲੈਕਸ਼ਨ ਵਾਲੇ ਤਿਆਰ ਹੋ ਗਏ। ਸਾਨੂੰ 35 ਤੋਂ 25, 25 ਤੋਂ 15, 15 ਤੋਂ 5, 5 ਤੋਂ 1 ਤੇ 1 ਤੋਂ 0 ਇਹ ਕਰਕੇ ਸਾਨੂੰ ਜਿਹੜੇ ਮਜ਼ਦੂਰ ਜਥੇਬੰਦੀਆਂ ਸੀਗੀਆਂ ਉਹਨਾਂ ਨੂੰ ਕਿਸਾਨ ਜਥੇਬੰਦੀਆਂ, ਜਿਹੜੇ ਰਾਜਵਾੜੇ ਕਿਸਾਨ ਨੇ, ਮੈਂ ਕਿਸਾਨ ਜਥੇਬੰਦੀਆਂ ਦੀ ਗੱਲ ਨਹੀਂ ਕਰ ਰਿਹਾ, ਰਾਜਵਾੜੇ ਕਿਸਾਨ ਨੇ ਜਿਹੜੇ ਕਿ ਬਹੁਤ ਹੀ ਪੈਸੇ ਵਾਲੇ ਉੱਚ ਕੋਟੀ ਦੇ ਧਨਾਢ ਕਿਸਾਨ ਨੇ, ਉਹਨਾਂ ਨੇ ਗਰੀਬ ਮਜ਼ਦੂਰਾਂ ਨੂੰ ਫਿਰ ਅਲੱਗ ਕਰ ਦਿੱਤਾ। ਨਾ ਕਿ ਮਜ਼ਦੂਰਾਂ ਨੂੰ, ਬਲਕਿ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਵੀ ਦੂਰ ਕਰ ਦਿੱਤਾ ਗਿਆ। ਅੱਜ ਛੋਟੇ ਕਿਸਾਨਾਂ ਦਾ ਤੇ ਮਜ਼ਦੂਰਾਂ ਦੇ ਉਪਰਾਲਾ ਹੈਗਾ, ਉਸ ਉਪਰਾਲੇ ਦੇ ਕਰਕੇ ਹੀ ਅਸੀਂ ਲਗਭਗ 40 ਤੋਂ ਉੱਪਰ ਸੀਟਾਂ ਅਸੀਂ ਅੱਜ ਅਨਾਊਂਸ ਕਰਾਂਗੇ। 117 ਸੀਟਾਂ 'ਤੇ ਸਾਡੇ ਅੱਜ ਉਮੀਦਵਾਰ ਸਾਡੇ ਖੜੇ ਹੋਣਗੇ। ਔਰ ਮੈਂ ਸਭ ਤੋਂ ਵੱਡੀ ਗੱਲ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਖੇਤੀ ਦਾ ਮੁੱਦਾ ਸੀਗਾ, ਜਿਹੜਾ ਕਿਸਾਨੀ ਦਾ ਮੁੱਦਾ ਸੀਗਾ, ਇਹ ਬੇਰੁਜ਼ਗਾਰੀ ਨਾਲ ਜੁੜਿਆ ਹੋਇਆ ਸੀਗਾ, ਇਹ ਰੋਜ਼ੀ ਰੋਟੀ ਨਾਲ ਜੁੜਿਆ ਹੋਇਆ ਸੀਗਾ। ਜਦੋਂ ਕਿਸਾਨ ਦੀ ਰੋਜ਼ੀ ਰੋਟੀ ਦੇ ਉੱਤੇ, ਕਿਸਾਨ ਦੀ ਜ਼ਮੀਨ ਦੇ ਉੱਤੇ ਗੱਲ ਬਣੀ ਤਾਂ ਸਭ ਜਿਹੜੇ ਗਰੀਬ 5 ਕਿੱਲੇ ਵਾਲੇ, 2 ਕਿੱਲੇ ਵਾਲੇ, 10 ਕਿੱਲੇ ਵਾਲੇ ਕਿਸਾਨ ਇਕੱਠੇ ਹੋ ਕੇ ਟਰਾਲੀਆਂ ਭਰ ਕੇ ਦਿੱਲੀ ਤੇ ਜਾ ਕੇ ਉਹਨਾਂ ਨੇ ਮੋਰਚਾ ਲਾਇਆ। ਪਰ ਜਿਨ੍ਹਾਂ ਨੂੰ ਇਹਨਾਂ ਕਿਸਾਨਾਂ ਨੇ ਲੀਡਰ ਮੰਨਿਆ, ਰਾਜਨੀਤਿਕ ਬੰਦਿਆਂ ਨੂੰ, ਧਨਾਢ ਬੰਦਿਆਂ ਨੂੰ, ਉਹੀ ਲੀਡਰ ਅੱਜ ਆਪਸ ਵਿੱਚ ਟਿਕਟਾਂ ਵੇਚ ਕੇ ਤੇ ਇਹਨਾਂ ਜਿਹੜੇ ਗਰੀਬ ਕਿਸਾਨ ਆ ਉਹਨਾਂ ਨੂੰ ਅੱਜ ਸਾਈਡ ਤੇ ਕਰ ਰਹੇ, ਉਹਨਾਂ ਨਾਲ ਗੱਲ ਵੀ ਨਹੀਂ ਕੀਤੀ ਜਾਂਦੀ ਹੈ। ਇਹ ਬਹੁਤ ਜ਼ਰੂਰੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਦਾ ਮਸਲਾ ਹੈ, ਅਨਐਮਪਲੋਇਮੈਂਟ ਦਾ ਮਸਲਾ ਹੈ, ਪਿੰਡਾਂ ਦੇ ਵਿੱਚ ਕਿਸਾਨੀ ਦਾ ਮਸਲਾ ਜ਼ਮੀਨ ਨਾਲ ਜੁੜਿਆ ਹੈ, ਬੇਰੁਜ਼ਗਾਰ ਨੌਜਵਾਨ ਦਾ ਮਸਲਾ ਸ਼ਹਿਰਾਂ ਵਿੱਚ ਜੁੜਿਆ ਹੈ। ਅੱਜ ਸ਼ਹਿਰ ਦੇ ਵਿੱਚ ਹਿੰਦੁਸਤਾਨ ਦੇ ਪੰਜਾਬ ਦੇ ਵਿੱਚ 15-15 ਹਜ਼ਾਰ ਦੀ ਨੌਕਰੀ ਕਰਨ ਲਈ ਸਾਡੇ ਨੌਜਵਾਨ ਜਿਹੜੇ ਹੈ ਦਰ ਦੇ ਧੱਕੇ ਖਾ ਰਹੇ ਹਨ, ਜਦ ਕਿ ਬੰਗਲੌਰ ਦੇ ਵਿੱਚ ਔਰ ਬਾਕੀ ਥਾਂ ਦੇ ਉੱਪਰ ਵੱਡੀਆਂ IT ਇੰਡਸਟਰੀਆਂ ਲੱਗੀਆਂ ਹਨ, ਉੱਥੇ 2.5, 3-3 ਲੱਖ ਦੀ ਲੋਕਾਂ ਨੂੰ ਨੌਕਰੀ ਮਿਲਦੀ ਹੈ। ਆਪ ਜੀ ਹੈਰਾਨ ਹੋਵੋਗੇ ਕਿ ਜਿੱਦਾਂ ਆਈਲੈਟ ਕਰਕੇ ਅਸੀਂ ਬਾਹਰ ਜਾਂਦੇ ਹਾਂ, ਗੋਰੇ ਜਿਹਨੂੰ ਆਪਾਂ ਕਹਿੰਦੇ ਹਾਂ ਸਿਲੀਕਨ ਵੈਲੀ ਕੈਲੀਫੋਰਨੀਆ ਤੋਂ ਇੰਡੀਆ ਦੀ ਭਾਸ਼ਾ ਸਿੱਖ ਕੇ ਬੰਗਲੌਰ ਨੌਕਰੀ ਕਰਨ ਆਉਂਦੇ ਹਨ।
ਇੰਡੀਆ ਦੀ ਭਾਸ਼ਾ ਸੁਣ ਕੇ ਬੰਗਲੌਰ ਨੌਕਰੀ ਕਰਦੇ ਹਨ ਤੇ ਸਾਡੇ ਪੰਜਾਬ ਦੇ ਅੰਗਰੇਜ਼ੀ ਦੀ ਭਾਸ਼ਾ ਸੁਣ ਕੇ ਬਾਹਰ ਜਾ ਰਹੇ ਹਨ। ਰੀਜ਼ਨ ਕੀ ਹੈ ਕਿ ਕਿਸੇ ਨੇ ਵੀ ਨੌਜਵਾਨੀ ਦੀ ਇੰਪਲੋਇਮੈਂਟ ਵੱਲ ਨਹੀਂ ਦੇਖਿਆ ਹੈਗਾ। ਇੰਪਲੋਇਮੈਂਟ ਜਿਹੜੀ ਹੁਣ ਵੀ ਬਣੀ ਹੈ, ਇੰਪਲੋਇਮੈਂਟ ਬਣਾਉਣ ਦੇ ਸਾਧਨ ਨਹੀਂ ਬਣਾਏ ਗਏ ਨੇ, ਇੰਪਲੋਇਮੈਂਟ ਨੂੰ ਤੋੜਨ ਦੇ ਸਾਧਨ ਬਣਾਏ ਗਏ ਹਨ। ਪਹਿਲਾਂ ਕੀ ਹੁੰਦਾ ਸੀਗਾ, ਜਦੋਂ ਕੋਈ ਆਪਣਾ ਫੌਜੀ ਸ਼ਹੀਦ ਹੋ ਜਾਂਦਾ ਸੀਗਾ, ਕਿਸੇ ਨੂੰ ਸਰਕਾਰ ਨੇ ਕਿਸੇ ਵੱਡੇ ਜਿਸ ਦੀ ਕੁਰਬਾਨੀ ਹੁੰਦੀ ਸੀਗੀ ਸਮਾਜ ਲਈ, ਉਸ ਨੂੰ ਸਟੈਬਲਿਸ਼ ਕਰਨਾ ਹੁੰਦਾ ਸੀ, ਕਿਤੇ ਪੈਟਰੋਲ ਪੰਪ ਤੇ ਕਿਤੇ ਬੱਸਾਂ ਦਾ ਪਰਮਿਟ ਦੇ ਦਿੰਦੇ ਸੀਗੇ। ਮੈਨੂੰ ਯਾਦ ਹੈ 1980 ਦੇ ਵਿੱਚ ਛੋਟੀਆਂ ਛੋਟੀਆਂ ਬੱਸਾਂ ਦੀ ਨਿਊ ਇੰਡੀਆ ਲੰਬੀ ਚੌੜੀ ਬੱਸ ਦਾ ਨਾਂ ਹੁੰਦਾ ਸੀਗਾ। ਅੱਜ ਉਹ ਸਾਰੀਆਂ ਕਿੱਥੇ ਗਈਆਂ? ਅੱਜ ਉਹ ਜਿਹੜੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦਿੱਤੇ ਸੀਗੇ, ਹਜ਼ਾਰਾਂ ਰੋਜ਼ਗਾਰ ਬੰਦ ਕਰਕੇ ਇੱਕ ਸਿੰਗਲ ਰੋਜ਼ਗਾਰ ਬਣ ਗਿਆ ਹੈ। ਇੱਕ ਧਨਾੜ ਵਿਅਕਤੀ ਕੋਲ ਉਹ ਰੋਜ਼ਗਾਰ ਚਲੇ ਗਿਆ ਹੈ ਬਠਿੰਡਾ। ਮੈਂ ਸਿੱਧਾ ਨਾਮ ਤਾਂ ਨਹੀਂ ਲੈਣਾ ਚਾਹੂੰਗਾ, ਪਰ ਤੁਸੀਂ ਆਪ ਸਭ ਜਾਣਦੇ ਹੋ ਕਿ ਉਹ ਸਾਰਿਆਂ ਦੇ ਰੋਜ਼ਗਾਰ ਬੰਦ ਕਰਕੇ ਇੱਕ ਬੰਦੇ ਦਾ ਰੋਜ਼ਗਾਰ ਬਣ ਗਿਆ ਹੈ। ਇਸੇ ਤਰ੍ਹਾਂ ਪਹਿਲਾਂ ਜਦੋਂ ਜੀਰੀ ਲਾ ਕੇ ਬਾਕੀ ਕੰਮ ਲਾ ਕੇ ਜਦੋਂ ਜੱਟ ਵਿਹਲੇ ਹੋ ਜਾਂਦੇ ਸਨ ਤੇ ਟਰੈਕਟਰ ਟਰਾਲੀਆਂ ਥੋੜ੍ਹਾ ਡੀਜ਼ਲ ਪਾਉਂਦੇ ਸਨ ਤੇ ਰੇਤ ਬਜਰੀ ਕਰਕੇ ਤੇ ਉਹ ਕਰ ਦਿੰਦੇ ਸਨ। ਅੱਜ ਉਹ ਵੀ ਜਿਹੜਾ ਹੈਗਾ ਆਰਗੇਨਾਈਜ਼ ਹੋ ਚੁੱਕਾ ਹੈ। ਸੋ ਅਨਐਮਪਲੋਇਮੈਂਟ ਦਾ ਇਸ਼ੂ ਬਹੁਤ ਵੱਡਾ ਹੈ। ਇਸ ਇਸ਼ੂ ਨੂੰ ਅਸੀਂ ਮੱਦੇ ਰੱਖਦੇ ਹੋਏ, ਕਿਸਾਨਾਂ ਦੇ ਇਸ਼ੂ ਨੂੰ ਮੱਦੇ ਰੱਖਦੇ ਹੋਏ ਅਸੀਂ 117 ਸੀਟਾਂ ਦੇ ਉੱਤੇ ਅੱਜ ਕੈਂਡੀਡੇਟ ਅਸੀਂ ਲੜਾਵਾਂਗੇ। ਅੱਜ ਅਸੀਂ ਉਹਨਾਂ 'ਚੋਂ 40 ਕੈਂਡੀਡੇਟ ਅਸੀਂ ਅਨਾਊਂਸ ਕਰਾਂਗੇ। ਧੰਨਵਾਦ ਜੀ। ਸਤਿਕਾਰਯੋਗ ਪ੍ਰੈਸ ਵਾਲੇ ਵੀਰੋ, ਅਸੀਂ ਤੁਹਾਡੇ ਧਿਆਨ 'ਚ ਇੱਕ ਗੱਲ ਲਿਆਉਣੀ ਹੈ। ਜੋ SSM ਮੋਰਚਾ ਬਣਿਆ ਸੀ, ਸੰਯੁਕਤ ਸਮਾਜ ਮੋਰਚਾ, ਉਹਦੇ ਵਿੱਚ 3 ਮੈਂਬਰ ਨੇ ਜਿਨ੍ਹਾਂ ਨੇ ਇਸ ਮੋਰਚੇ ਨੂੰ ਖਰਾਬ ਕਰਨ ਦਾ ਸਿਹਰਾ ਜਾਂਦਾ। ਜਿਨ੍ਹਾਂ ਨੂੰ ਨੰਬਰ 1 ਤੇ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਚੰਡੀਗੜ੍ਹ ਵਾਲੇ ਨੇ, ਉਹ ਆਪਣੇ ਨੇੜਲਿਆਂ ਨੂੰ, ਆਪਣੇ ਖਾਸਾਂ ਨੂੰ ਸੀਟਾਂ ਦਵਾ ਰਹੇ ਨੇ। ਫੋਰ ਐਗਜ਼ਾਮਪਲ ਬਸੀ ਪਠਾਣਾ ਦੀ ਸੀਟ ਜਿਸ ਨੇ ਇੱਕ ਧੇਲੇ ਦਾ ਕੰਮ ਨਹੀਂ ਕੀਤਾ ਉਹਨੂੰ ਸੀਟ ਦਿੱਤੀ ਹੈ। ਲਖਵੀਰ ਸਿੰਘ ਉਮੀਦਵਾਰ ਸੀ ਜਿਹਦਾ ਪੁਰਾਣਾ ਸਮਾਂ ਕਿਸਾਨੀ ਮਜ਼ਦੂਰ ਅੰਦੋਲਨ 'ਚ ਰਿਹਾ, ਉਹਨੂੰ ਉਹਨਾਂ ਨੇ ਨਹੀਂ ਸੀਟ ਦਿੱਤੀ, ਇਹਦਾ ਹਿੱਸਾ ਕੱਟਿਆ ਗਿਆ। ਤਲਵੰਡੀ ਸਾਬੋ ਦੀ ਸੀਟ ਪ੍ਰੋਫੈਸਰ ਮਨਜੀਤ ਜੀ ਨੇ ਦਵਾਈ ਹੈ, ਉਹ ਬੰਦਾ ਇੱਕ ਨਸ਼ੇੜੀ ਹੈ। ਰਾਜਪੁਰਾ ਸੀਟ ਜਿਹੜੀ ਹੈ ਉਹ ਚੰਦੂਮਾਜਰਾ ਦੇ ਭਾਣਜੇ ਨੂੰ ਦਿੱਤੀ ਗਈ ਹੈ। ਇਸ ਕਰਕੇ 3 ਬੰਦੇ ਨੇ ਜਿਹੜੇ ਮੇਨ ਨੇ, ਕੁਲਵੰਤ ਸਿੰਘ ਸੰਧੂ, ਪ੍ਰੋਫੈਸਰ ਮਨਜੀਤ ਸਿੰਘ, ਪ੍ਰੇਮ ਸਿੰਘ ਭੰਗੂ, ਇਹ ਮੋਰਚੇ ਨੂੰ ਖਰਾਬ ਕਰ ਰਹੇ ਨੇ। ਗਲਤ ਸੀਟਾਂ ਦਿੱਤੀਆਂ ਗਈਆਂ। ਸਮੁੱਚੇ ਛੋਟੇ ਕਿਸਾਨਾਂ ਨੂੰ ਤੇ ਮਜ਼ਦੂਰ ਤਬਕੇ ਨੂੰ ਇਹ ਮੋਰਚੇ ਚੋਂ ਧੱਕੇ ਨਾਲ ਬਾਹਰ ਕੱਢਿਆ, ਕਿਉਂਕਿ ਅਸੀਂ ਉਹਨਾਂ ਨੂੰ ਤਰਕਵਾਦੀ ਗੱਲ ਕਰਦੇ ਸੀ, ਅੰਬੇਡਕਰਵਾਦੀ ਗੱਲ ਕਰਦੇ ਸੀ, ਸਿਧਾਂਤਵਾਦੀ ਗੱਲ ਕਰਦੇ ਸੀ। ਇਸ ਕਰਕੇ ਪ੍ਰੇਮ ਸਿੰਘ ਭੰਗੂ ਤੇ ਸੰਧੂ ਤੇ ਪ੍ਰੋਫੈਸਰ ਮਨਜੀਤ ਹੋਣਾ ਦਾ ਇਹ ਸਿਹਰਾ ਜਾਂਦਾ। ਉਹ ਰਾਜੇਵਾਲ ਜੀ ਪਤਾ ਨਹੀਂ ਕਿਉਂ ਉਹਨਾਂ ਕੋਲੋਂ ਡਰਦੇ ਨੇ, ਕੀ ਕਾਰਨ ਨੇ। ਇਸ ਕਰਕੇ ਇਹ ਸਾਡਾ ਬਹੁਤ ਵੱਡਾ ਦੁਖਾਂਤ ਹੈ ਕਿ ਪੰਜਾਬ 'ਚ ਜੋ SSM ਸਰਕਾਰ ਬਣਨ ਜਾ ਰਿਹਾ ਸੀ, ਅੱਜ ਉਹ ਟੁੱਟ ਗਿਆ। ਉਹ 'ਚੋਂ ਬਹੁਤ ਸਾਰੇ ਲੋਕ ਬਾਹਰ ਆ ਚੁੱਕੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਂਝਾ ਪੰਜਾਬ ਮੋਰਚਾ ਹੈਗਾ 117 ਸੀਟਾਂ ਲੜੇਗਾ। 10 ਪਾਰਟੀਆਂ ਇਕੱਠੀਆਂ ਹੋਈਆਂ ਨੇ, ਸਾਰੀਆਂ ਪਾਰਟੀਆਂ ਦਾ ਬੇਸ ਹੈ, ਗ੍ਰਾਸ ਰੂਟ ਤੇ ਬੇਸ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅੱਜ ਲਿਸਟ ਜਾਰੀ ਕੀਤੀ ਜਾ ਰਹੀ ਹੈ, 1 ਜਾਂ 2 ਦਿਨ ਦੇ ਅੰਦਰ, ਕਿਉਂਕਿ ਸਾਡੇ ਕੋਲ ਇੱਕ ਸੀਟ ਤੇ 4-5 ਉਮੀਦਵਾਰ ਨੇ ਔਰ ਸਾਡਾ ਆਪਸੀ ਜਿਹੜਾ ਅਸੀਂ ਉਹਨੂੰ ਤਾਲਮੇਲ ਬਿਠਾ ਰਹੇ ਹਾਂ। ਜਲਦੀ ਹੀ ਅਸੀਂ ਇਹਨੂੰ ਸਾਰਾ ਕਰਕੇ ਹੋ ਸਕਿਆ ਕੱਲ ਤੱਕ ਨਵੀਂ ਲਿਸਟ ਵੀ ਜਾਰੀ ਕਰ ਦਾਂਗੇ। ਔਰ ਅੰਤ ਦੇ ਵਿੱਚ ਇੱਕੋ ਹੀ ਅਪੀਲ ਹੈ ਤੁਹਾਨੂੰ, ਤੁਹਾਡੇ ਮਾਧਿਅਮ ਤੋਂ ਪੰਜਾਬ ਨੂੰ ਇਨਸਾਫ ਮਿਲ ਸਕਦਾ ਹੈ। ਜਿਸ ਕਮਾਂਡ ਦੇ ਵਿੱਚ ਸਰਦਾਰ ਬਲਵੀਰ ਸਿੰਘ ਰਾਜੇਵਾਲ ਜੀ ਇਸ ਮੋਰਚੇ ਨੂੰ ਚਲਾ ਰਹੇ ਨੇ ਵਨ ਮੈਨ ਦੇ ਸ਼ੋਅ ਦੇ ਤਰ੍ਹਾਂ, ਉਹ ਬੜਾ ਘਾਤਕ ਹੈ। ਧੰਨਵਾਦ। ਹਾਂਜੀ ਸਤਿਕਾਰਯੋਗ ਸਾਥੀਓ, ਮੈਂ ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦਾ ਸੂਬਾ ਮੀਤ ਪ੍ਰਧਾਨ ਹਰਮੀਤ ਕੌਰ ਵਾਲੀਆ ਜੀ। ਜਿਵੇਂ ਭਾਈ ਹੋਰਾਂ ਨੇ ਸਾਰੀਆਂ ਗੱਲਾਂ ਪ੍ਰਧਾਨ ਜੀ ਹੋਰਾਂ ਨੇ ਦੱਸ ਹੀ ਗਈਆਂ ਹੈਗੀਆਂ ਆ। ਜੇ ਮੈਂ ਗੱਲ ਕਰਾਂ ਰਾਜੇਵਾਲ ਸਾਹਿਬ ਦੀ, ਉਹਨਾਂ ਨੇ ਕਿੱਥੇ ਤਾਂ ਮਤਲਬ ਇਹ ਗੱਲ ਕਹਿੰਦੇ ਸੀ ਵੀ ਅਸੀਂ ਜਿਹੜਾ ਭਾਈ ਭਤੀਜਵਾਦ ਆ ਉਹਨੂੰ ਅਸੀਂ ਖਤਮ ਕਰਨਾ ਹੈਗਾ ਆ, ਕਿਉਂਕਿ ਅਸੀਂ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਾ। ਲੋਕਾਂ ਦਾ ਪੰਜਾਬ ਆ, ਲੋਕਾਂ ਦਾ ਕਦੇ ਦਿਖਾਉਂਦੇ ਸੀ ਉਹ ਕਿ ਉਹਨਾਂ ਦੇ ਦਿਲ ਦੇ ਵਿੱਚ ਦਰਦ ਆ ਲੋਕਾਂ ਲਈ ਜਾਂ ਸਾਡੇ ਪੰਜਾਬ ਲਈ, ਪਰ ਅੱਜ ਜੋ ਕੁਝ ਸਾਹਮਣੇ ਆਇਆ ਨਿਕਲ ਕੇ ਬਾਹਰ, ਉਹ ਕੁਝ ਹੋਰ ਹੀ ਵੱਧ ਗਿਆ। ਇਹ ਸਿਰਫ ਇੱਥੇ ਡੈਮੋਕ੍ਰੇਸੀ ਦੇ ਨਾਂ ਤੇ ਕਹਿੰਦੇ ਨੇ ਢੋਂਗ ਰਚਿਆ ਹੋਇਆ ਆ ਔਰ ਸਿਰਫ ਇੱਥੇ ਇਹ ਰਾਜਤੰਤਰ ਹੀ ਜਿਹੜਾ ਰੱਖਣਾ ਚਾਹੁੰਦੇ ਆ ਕਿ ਵੀ ਸਾਡਾ ਪੰਜਾਬ ਦੇ ਵਿੱਚ ਰਾਜਤੰਤਰ ਹੀ ਚੱਲੇ, ਕਿਉਂਕਿ ਇਹ ਨਹੀਂ ਚਾਹੁੰਦੇ ਕਦੇ ਕਿ ਵੀ ਲੋਕਾਂ ਦਾ ਰਾਜ ਆਵੇ, ਲੋਕਾਂ ਦੀ ਸੋਚ ਦੇ ਮੁਤਾਬਕ ਕੰਮ ਹੋਣ ਪੰਜਾਬ ਦੇ ਵਿੱਚ। ਇਹ ਚਾਹੁੰਦੇ ਆ ਕਿ ਰਾਜਿਆਂ ਦੇ ਪੁੱਤ ਹੀ ਰਾਜੇ ਹੋਣ। ਇਹ ਨਹੀਂ ਚਾਹੁੰਦੇ ਕਿ ਅੱਜ ਕੋਈ ਇੱਕ ਗਰੀਬ ਦਾ ਬੱਚਾ ਜੇ ਪੜ੍ਹ ਲਿਖ ਕੇ ਕੋਈ ਉੱਤਲੀ ਨੇ ਡਿਗਰੀ ਹਾਸਲ ਕਰ ਲਈ ਆ ਜਾਂ ਉਹ MLA ਹੋਵੇ ਪੰਜਾਬ ਦਾ ਜਾਂ ਉਹ ਮੁੱਖ ਮੰਤਰੀ ਹੋਵੇ, ਇਹ ਲੋਕ ਨਹੀਂ ਚਾਹੁੰਦੇ। ਇਹਨਾਂ ਦੇ ਹਾਥੀ ਦੀ ਤਰ੍ਹਾਂ ਖਾਣ ਦੇ ਰੰਗ ਹੋਰਾਂ, ਦਿਖਾਉਣ ਦੇ ਹੋਰਾਂ। ਸਾਡੇ ਨਾਲ ਵੀ ਮੁਕਤਸਰ ਸਾਹਿਬ ਤੇ ਹੋਇਆ ਆ। ਸਾਡੀ ਜਥੇਬੰਦੀ ਦਾ ਜਿੱਥੇ ਮਰਜ਼ੀ ਜਾ ਕੇ
ਰਾਜਾ ਸਾਹਿਬ ਵੀ ਮੈਂ ਤੁਹਾਨੂੰ ਲੋਕਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਜਿੱਥੇ ਮਰਜ਼ੀ ਜਾ ਕੇ ਸਾਡੀ ਜਥੇਬੰਦੀ ਦਾ ਰਿਕਾਰਡ ਤੁਸੀਂ ਚੈੱਕ ਕਰ ਸਕਦੇ ਆ ਕਿ ਅਸੀਂ ਟਿਕਟ ਤੇ ਯੋਗ ਸੀ ਜਾਂ ਨਹੀਂ। ਅਸੀਂ ਕੋਈ ਜ਼ਿਆਦਾ ਟਿਕਟਾਂ ਨਹੀਂ ਸੀ ਮੰਗਿਆ, ਸਿਰਫ ਇੱਕ ਟਿਕਟ ਦੀ ਮੰਗ ਕੀਤੀ ਸੀ ਮੁਕਤਸਰ ਸਾਹਿਬ ਤੋਂ। ਉਹ ਟਿਕਟ ਅਸੀਂ ਇਹ ਕਿਹਾ ਸੀ ਵੀ ਅਸੀਂ ਜਿੱਤ ਕੇ ਦੇਵਾਂਗੇ ਤੁਹਾਨੂੰ ਟਿਕਟ, ਪਰ ਜਿਹਨੂੰ ਟਿਕਟ ਦੇਈ ਆ ਓਸ਼ੋ ਦਾ ਉਹ ਭਗਤ ਆ, ਉਹ ਲੜਕੀ ਦਾ ਜਿਹੜਾ ਪਾਪਾ ਆ, ਔਰ ਲੜਕੀ ਜਿਹੜੀ ਹੈਗੀ ਆ ਦਿੱਲੀ ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਪ੍ਰੋਫੈਸਰ ਹੈਗੀ ਆ, ਜਿਸ ਬੰਦੇ ਦਾ ਪੰਜਾਬ ਦੇ ਵਿੱਚ ਕੋਈ ਯੂਥ ਹੀ ਨਹੀਂ ਹੈਗਾ, ਜਿਸ ਬੰਦੇ ਨੂੰ ਲੋਕ ਪੰਜਾਬ ਦੇ ਵਿੱਚ ਜਾਣਦੇ ਨਹੀਂ ਹੈਗੇ, ਉਹਨਾਂ ਲੋਕਾਂ ਨੂੰ ਇਹਨਾਂ ਨੇ ਟਿਕਟਾਂ ਦਿੱਤੀਆਂ। ਸਾਨੂੰ ਨਹੀਂ ਪਤਾ ਹੈਗਾ ਕਿ ਇਹਨਾਂ ਨੇ ਟਿਕਟਾਂ ਵੇਚੀਆਂ ਆ ਜਾਂ ਕੀ ਗੱਲ ਕੀਤੀ ਹੈਗੀ ਆ। ਕੋਈ ਨਾ ਕੋਈ ਦਾਗ ਦੇ ਵਿੱਚ ਜਿਹੜਾ ਕਾਲਾ ਜ਼ਰੂਰ ਹੈਗਾ ਆ। ਸੋ ਸਾਥੀਓ, ਅਸੀਂ ਇੱਕ ਝੰਡੇ ਦੇ ਹੇਠ ਲੜਾਂਗੇ ਜਿਹੜੀ ਅਸੀਂ ਨੇ ਅੱਜ ਪਾਰਟੀ ਅਨਾਉਂਸ ਕੀਤੀ ਹੈਗੀ ਆ, ਸਾਂਝਾ ਪੰਜਾਬ ਮੋਰਚਾ। ਅਸੀਂ ਇੱਕ ਝੰਡੇ ਥੱਲੇ ਲੜਾਂਗੇ ਔਰ 117 ਸੀਟਾਂ ਤੇ ਲੜਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਚੰਗੇ ਪੰਜਾਬ ਦੀ ਸਿਰਜਣਾ ਕਰਾਂਗੇ। ਧੰਨਵਾਦ। ਸਾਡੇ ਵੱਲੋਂ ਇਹ ਲਿਸਟ ਜਾਰੀ ਕੀਤੀ ਜਾ ਰਹੀ ਹੈ। ਪ੍ਰੈਸ ਨੂੰ ਬੇਨਤੀ ਹੈ ਕਿ ਉਹ ਸਾਡੇ ਤੋਂ ਇਹ ਲਿਸਟ ਲੈ ਸਕਣ। ਮੈਂ ਕੋਈ ਗੱਲ ਨਹੀਂ, ਸਾਰੇ ਖੜੇ ਰਾਣਾ ਜੀ ਆ ਜਾਓ। ਲਿਸਟ ਖੋਲ ਲਓ ਇੱਦਾਂ ਅਗਲਾ ਪੇਜ। ਚੋਣ ਨਿਸ਼ਾਨ थैंक यू। ਸ਼ਾਰਟ ਕਰਨੇ ਆ ਸਵਾਲ ਲੰਬੇ ਲੰਬਾ ਤਾਂ ਕੋਈ ਸੁਣਦਾ ਵੀ ਇਹੀ ਏਜੰਡਾ ਸੀ ਕਿ ਕਰਤਾਰ ਵਾਲੇ ਜਿਹੜੇ ਉਮੀਦਵਾਰ ਆ ਉਹ ਮੈਦਾਨ 'ਚ ਉਤਾਰੇ ਜਾਣ, ਲੋਕਾਂ ਦੀ ਸਹਿਮਤੀ ਨਾਲ ਉਤਾਰੇ ਜਾਣ। ਅਸੀਂ ਸੰਯੁਕਤ ਸਮਾਜ ਮੋਰਚਾ ਨਾਲ ਸ਼ੁਰੂ ਤੋਂ ਜੁੜ ਕੇ ਇਹ ਅਪੀਲਾਂ ਕਰਦੇ ਰਹੇ ਵੀ ਜਿੱਥੇ ਜਿਨ੍ਹਾਂ ਦਾ ਸਪੋਰਟ ਹੈਗਾ, ਜਿਨ੍ਹਾਂ ਦਾ ਬੇਸ ਆ, ਉਹਨਾਂ ਨੂੰ ਕਰਤਾਰ ਵਾਲੇ ਲੋਕਾਂ ਨੂੰ ਤੁਸੀਂ ਟਿਕਟਾਂ ਦਿਓ। ਪਰ ਅੱਜ ਤੱਕ ਸੰਯੁਕਤ ਸਮਾਜ ਮੋਰਚੇ ਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ ਤੇ ਉਹ ਪਤਾ ਨਹੀਂ ਕਿਹੜੇ ਦਬਾਅ 'ਚ ਆ ਕੇ ਆਪਦੇ ਇਹੋ ਜਿਹੇ ਫੈਸਲੇ ਲੈ ਰਹੇ ਨੇ ਤੇ ਉਹ ਸਮਝ ਤੋਂ ਪਰੇ ਆ। ਪਰ ਜੇ ਅਸੀਂ ਪੰਜਾਬ ਦੀ ਗੱਲ ਕਰਨੀ ਆ, ਪੰਜਾਬ ਦੇ ਨੂੰ ਮੁੜ ਉਸਾਰੀ ਦੀ ਗੱਲ ਕਰਨੀ ਆ, ਸਾਨੂੰ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਦੇ ਵਿੱਚੋਂ ਚੰਗੇ ਕਿਰਦਾਰ ਵਾਲੇ ਬੰਦੇ ਅੱਗੇ ਲਿਆਉਣੇ ਪੈਣਗੇ, ਤਾਂ ਹੀ ਪੰਜਾਬ ਦਾ ਫਾਇਦਾ ਹੋ ਸਕਦਾ। ਜੋ ਮੌਜੂਦਾ ਸਿਸਟਮ ਚੱਲ ਰਿਹਾ, ਇਸ ਤੋਂ ਤਾਂ ਇਹੀ ਜ਼ਾਹਰ ਹੋ ਰਿਹਾ ਕਿ ਇਹ ਕਿਸੇ ਨਾ ਕਿਸੇ ਪ੍ਰੈਸ਼ਰ ਥੱਲੇ ਆ ਕੇ ਜੋ ਇਹ ਫੈਸਲੇ ਲਏ ਜਾ ਰਹੇ ਨੇ ਉਹ ਪੰਜਾਬ ਦੇ ਫਾਇਦੇ ਵਾਸਤੇ ਨਹੀਂ ਹੋਣਗੇ। ਕਿਸੇ ਨੂੰ ਫਾਇਦਾ, ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਜ਼ਿਆਦਾਤਰ ਫੈਸਲੇ ਲਏ ਜਾ ਰਹੇ ਨੇ। ਪੰਜਾਬ ਵੱਲੋਂ ਪੰਜਾਬ ਜੋ ਲੋਕ ਅਧਿਕਾਰ ਲਹਿਰ ਦਾ ਮੰਨਣਾ ਹੈ ਕਿ ਜਿੰਨੀ ਦੇਰ ਪੂਰਨ ਆਜ਼ਾਦੀ, ਪੂਰਨ ਸੁਤੰਤਰਤਾ, ਪੂਰੇ ਸੰਵਿਧਾਨ ਲਾਗੂ ਨਹੀਂ ਹੁੰਦੇ, ਤਦ ਤੱਕ ਸਾਡੀਆਂ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ। ਔਰ ਪੰਜਾਬ ਦੇ ਲੋਕਾਂ ਨੂੰ ਰਲ ਮਿਲ ਕੇ ਇਹਦੇ ਵਾਸਤੇ ਉਪਰਾਲੇ ਕਰਨੇ ਪੈਣਗੇ। ਅਸੀਂ ਆਪਦੇ ਬੰਨਿਓ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਡਾ ਸੰਗਠਨ ਆਉਣ ਵਾਲੇ ਸਮੇਂ 'ਚ ਪੰਜਾਬ ਪ੍ਰਤੀ ਬੜਾ ਸੁਚੇਤ ਸੁਹਿਰਦ ਹੋ ਕੇ ਇਹੋ ਜਿਹੇ ਉਪਰਾਲੇ ਕਰੇਗਾ ਕਿ ਪੰਜਾਬ ਦੇ ਵਿੱਚੋਂ ਜਿਹੜੀ ਇਹ ਲੁੱਟਮਾਰੂ ਕੌਮ ਹੈ, ਲੁੱਟਮਾਰੂ ਟੋਲੇ ਆ, ਇਹ ਆਪਣੇ ਆਪ ਹੀ ਬਾਹਰ ਭੱਜ ਜਾਣਗੇ ਤੇ ਇਹਨਾਂ ਦਾ ਰਹਿਣਾ ਇੱਥੇ ਮੁਸ਼ਕਲ ਹੋ ਜਾਏਗਾ। ਇਹਨਾਂ ਸ਼ਬਦਾਂ ਨਾਲ ਹੀ ਮੈਂ ਸਾਂਝਾ ਜੋ ਫਰੰਟ ਬਣਾਇਆ ਹੈ, ਸਾਂਝਾ ਪੰਜਾਬ ਫਰੰਟ, ਇਹਨਾਂ ਦੀ ਹਮਾਇਤ ਕਰਦਾ ਤੇ ਔਰ ਲੋਕਾਂ ਨੂੰ ਅਪੀਲ ਕਰਦਾ ਕਿ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਅੱਗੇ ਲਿਆਉਣ ਵਾਸਤੇ ਮਦਦ ਕੀਤੀ ਜਾਵੇ। ਥੈਂਕ ਯੂ। अजय सवाल जवाब में प्लीज कर सकते हो जी। ਜਿਹੜੀ ਮਕਸਦ ਨਾਲ ਕਿਸਾਨ ਜਿਹੜੇ ਅਸੀਂ ਕਹਿੰਦੇ ਸੀ ਜਿਹੜੀ ਰਵਾਇਤੀ ਪਾਰਟੀਆਂ ਉਹਨਾਂ ਨੂੰ ਅਸੀਂ ਘਾਤ ਲਾਵਾਂਗੇ, ਉਹਨਾਂ ਨੂੰ ਅਸੀਂ ਖਤਮ ਕਰਾਂਗੇ, ਅਸੀਂ ਸੱਤਾ 'ਚ ਆਵਾਂਗੇ, ਫਿਰ ਉਹ ਗੱਲ ਤਾਂ ਖਤਮ ਹੋ ਗਈ ਹੈ। ਤੁਸੀਂ ਆਪਸ 'ਚ ਹੀ ਲੜ ਰਹੇ ਹੋ, ਇਸ ਦਾ ਮਤਲਬ ਉਹ ਗੱਲ ਤਾਂ ਖਤਮ ਹੋ ਗਈ ਹੈ। ਹੁਣ ਤੁਸੀਂ ਉਹ, ਕਿਉਂਕਿ ਉਹ ਵੀ ਇਹੀ ਚਾਹੁੰਦੇ ਸੀ ਵੀ ਕਿਸੇ ਤਰ੍ਹਾਂ ਤੁਹਾਨੂੰ ਤੋੜ ਦਿੱਤਾ ਜਾਵੇ ਔਰ ਤੁਸੀਂ ਟੁੱਟ ਗਏ। नहीं, अजिही गल नहीं है। टुटे असी इस करके नहीं है कि साढ़े आपस कोई डिफरेंसिस है। साढ़े डिफरेंसिस सिर्फ ये है कि उत्थे सिर्फ रजवाड़े साही ते उच्चे लोगों को, पैसे वाले धनाडा नूं, IS IRS चीफ इंजीनियर उन्होंने टिकटां मिल रही हैं, किसी किसान नूं जां किसी मजदूर नूं टिकट नहीं दी गई।
ਇਸ ਕਰਕੇ ਸਾਨੂੰ ਲੋਕਾਂ ਨੇ ਹੀ ਪ੍ਰੈਸ਼ਰਾਈਜ਼ ਕੀਤਾ ਵੀ ਤੁਸੀਂ ਇਹਨਾਂ ਤੋਂ ਅੱਡ ਹੋ ਜਾਓ। ਹੁਣ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਪਿੱਛੇ ਪੱਲੇ ਕੱਖ ਨਹੀਂ ਰਹਿਣਾ। ਭਾਈ ਆਪਾਂ ਇਹ ਕਹੀਏ ਕਿ ਰਾਜੇਵਾਲ ਜੀ ਬੇਵਕੂਫ ਬਣਾ ਰਹੇ ਨੇ ਕਿਸਾਨਾਂ ਦੇ ਨਾਲ ਦੇ। ਬਿਲਕੁਲ, ਉਹ ਤਾਂ ਸਰਮਾਏਦਾਰ ਹੈ ਜੀ। ਉੱਥੇ ਵੀ ਉਹਨੇ ਸਰਮਾਏਦਾਰੀ 'ਚ ਦਿੱਲੀ ਪੁਲਿਸ ਨੂੰ ਉਹਨਾਂ ਨੇ ਨਾਂ ਲਿਖ ਕੇ ਦਿੱਤੇ। ਇੱਕ ਵਾਰੀ ਉਹਨਾਂ ਨੇ ਕਿਹਾ ਵੀ ਲਾਲ ਕਿਲੇ ਤੇ ਜਾਣਾ, ਜਦੋਂ ਚਲੇ ਗਏ ਮੈਂ ਤਾਂ ਕਿਹਾ ਹੀ ਨਹੀਂ। ਰਾਜੇਵਾਲ ਦਾ ਕਿਤੇ ਕਦੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਨਾਲ ਜੁੜਦਾ ਸੀਗਾ। ਤੁਹਾਨੂੰ ਲੱਗਦਾ ਵੀ ਇਹ ਸਾਰੀ ਇੱਕ ਸਾਜ਼ਿਸ਼ ਹੈ ਕਾਂਗਰਸ ਦੀ? ਬਿਲਕੁਲ ਸਹੀ ਗੱਲ ਹੈ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਹੈ ਉਹ ਰਾਜੇਵਾਲ ਸਾਹਿਬ ਨੇ ਸਾਰਿਆਂ ਨਾਲ ਸੰਬੰਧ ਰੱਖੇ ਹੈ। ਸੈਣੀ ਸਾਹਿਬ ਨਾਲ ਬੜੇ ਨੇੜੇ ਦੇ ਸੰਬੰਧ ਸੀ, ਕਾਂਗਰਸ ਨਾਲ ਵੀ, ਅਕਾਲੀਆਂ ਨਾਲ ਵੀ, ਸਾਰਿਆਂ ਨਾਲ ਨੇੜੇ ਸੰਬੰਧ ਰਹੇ ਆ ਔਰ ਉੱਥੇ ਉਹ ਫਾਇਦੇ ਉਠਾਉਂਦੇ ਰਹੇ ਆ ਹਰ ਤਰੀਕੇ ਨਾਲ। ਕੁਲਦੀਪ ਸਿੰਘ ਜੀ, ਪੰਜਾਬ ਦੇ ਅੰਦਰ ਜਿਵੇਂ ਇਲੈਕਸ਼ਨ ਹੈ, ਕਦੀ ਸੰਯੁਕਤ ਸਮਾਜ ਮੋਰਚਾ, ਹੁਣ ਸਾਂਝਾ ਪੰਜਾਬ ਮੋਰਚਾ ਉੱਪਰ ਕੇ ਸਾਹਮਣੇ ਆਇਆ। ਕੱਲ ਮੀਡੀਆ ਦੇ ਰਾਹੀਂ ਅਖਬਾਰਾਂ ਦੇ ਰਾਹੀਂ ਲੋਕਾਂ ਤੱਕ ਇਹ ਗੱਲ ਪੁੱਜੇਗੀ ਜੀ, ਤਾਂ ਤੁਹਾਨੂੰ ਲੱਗਦਾ ਵੀ ਲੋਕ ਅਸੈਪਟ ਕਰਨਗੇ ਪੰਜਾਬ ਦੀ ਰਾਜਨੀਤੀ ਵਿੱਚ ਕਿ ਇਲੈਕਸ਼ਨਾਂ ਦੇ ਵੇਲੇ ਜਿਹੜੀਆਂ ਇਹ ਮੋਰਚੇ ਉੱਪਰ ਕੇ ਸਾਹਮਣੇ ਆ ਰਹੇ ਨੇ, ਤਾਂ ਤੁਹਾਡੀ ਕੋਈ ਪਹੁੰਚ ਉਹਨਾਂ ਤੱਕ ਪਹੁੰਚ ਪਾਏਗੀ ਲੋਕਾਂ ਤੱਕ? ਬਿਲਕੁਲ। ਅਸੀਂ 40 ਸਾਲ ਤੋਂ ਇਸ ਕੰਮ ਤੇ ਲੱਗੇ ਆ, ਅੱਜ ਨਹੀਂ ਆਏ। ਪੋਲੀਟੀਕਲ ਪਾਰਟੀ ਸਾਡੀ 10 ਸਾਲ ਪੁਰਾਣੀ ਹੈ ਤੇ 40 ਸਾਲ ਤੋਂ ਇਸ ਕੰਮ ਤੇ ਲੱਗੇ ਆ। ਪਿੰਡ ਪਿੰਡਾਂ ਜਾਂਦੇ ਆ। ਇਸ ਤੋਂ ਪਹਿਲਾਂ ਅਸੀਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਪੈਦਲ ਯਾਤਰਾ ਕੀਤੀ ਹੈ। 5000 ਕਿਲੋਮੀਟਰ ਯਾਤਰਾ ਕੀਤੀ 2 ਵਾਰੀ। ਤੇ ਅਸੀਂ ਪਹਿਲਾਂ ਹੀ ਰੂਟ ਦੇ ਬੰਦੇ ਆ। ਬਿਲਕੁਲ ਅਸੀਂ EVM ਦੇ ਅਗੇਂਸਟ ਬੜਾ ਵੱਡਾ ਇੱਕ ਪ੍ਰੋਜੈਕਟ ਸਾਰੇ ਇੰਡੀਆ 'ਚ ਸ਼ੁਰੂ ਕੀਤਾ ਆ। ਤੇ ਅਸੀਂ ਪਹਿਲਾਂ ਹੀ ਧਰਤੀ ਨਾਲ ਜੁੜੇ ਲੋਕ ਹਾਂ। ਮੇਰਾ ਕੁਐਸਚਨ ਹੈ, ਰਾਜੇਵਾਲ ਜੀ ਨੇ ਕਲੀਅਰ ਕਰ ਦਿੱਤਾ ਵੀ ਸਾਨੂੰ ਚੋਣ ਨਿਸ਼ਾਨ ਨਹੀਂ ਮਿਲਿਆ ਤੇ ਉਹਨਾਂ ਨੇ ਅਪੀਲ ਕੀਤੀ ਹੈ ਵੀ ਸਾਨੂੰ ਇੱਕ ਚੋਣ ਨਿਸ਼ਾਨ ਦਿੱਤਾ ਜਾਵੇ। ਸਾਡੇ ਜਿੰਨੇ ਕੈਂਡੀਡੇਟ ਹੈ ਉਹ ਇੱਕੋ ਚੋਣ ਨਿਸ਼ਾਨ ਤੇ ਯਹੀ ਸਥਿਤੀ ਵਿੱਚ ਤੁਹਾਡੇ ਕੋਲ ਵੀ ਚੋਣ ਨਿਸ਼ਾਨ ਤਾਂ ਮੈਨੂੰ ਲੱਗਦਾ ਨਹੀਂ ਕਿ ਹੋਣ ਦੀ ਕੋਈ ਸੰਭਾਵਨਾ ਹੈਗੀ ਆ। ਫਿਰ ਤੁਹਾਡਾ ਕੀ ਸਟੈਂਡ ਰਹੇਗਾ? ਦੇਖੋ ਜੀ, ਇੱਦਾਂ ਹੈ, ਜਿਹੜੀ ਉਹ ਰਾਜੇਵਾਲ ਸਾਹਿਬ ਨੇ 2 ਕਮੇਟੀਆਂ ਬਣਾਈਆਂ ਸੀ, ਇੱਕ ਚੋਣ ਮੈਨੀਫੈਸਟੋ ਕਮੇਟੀ, ਇੱਕ ਸਿਲੈਕਸ਼ਨ ਕਮੇਟੀ। ਸਿਲੈਕਸ਼ਨ ਕਮੇਟੀ ਦਾ ਕੰਮ ਹੈ ਕਿ ਹਰ ਬੰਦੇ ਨੂੰ ਸੁਣਨਾ। ਸਾਡੇ ਕੋਲ ਇੱਕ ਸਾਥੀ ਨੇ ਪਟਿਆਲਾ 'ਚ, ਉਹਨਾਂ ਕੋਲ ਚੋਣ ਨਿਸ਼ਾਨ ਟਰੈਕਟਰ ਹੈ। ਉਹ ਵਿਚਾਰੇ ਚਾਹੁੰਦੇ ਸੀ ਕਿ ਮੇਰਾ ਟਰੈਕਟਰ ਤੁਸੀਂ ਯੂਜ਼ ਕਰ ਲਓ, ਨਿਸ਼ਾਨ ਲੈ ਲਓ। ਸਿਲੈਕਸ਼ਨ ਕਮੇਟੀ ਇੰਨੀ ਘਮੰਡੀ ਆ, ਉਹਨਾਂ ਨੇ ਉਹਨੂੰ ਸੁਣਿਆ ਹੀ ਨਹੀਂ ਹੈਗਾ। ਜਦੋਂ ਤੱਕ ਤੁਸੀਂ ਕਹਿੰਦੇ ਵੀ ਤੁਹਾਡੇ ਕੋਲ ਨਿਸ਼ਾਨ ਨਹੀਂ, ਸਾਡੇ ਕੋਲ ਇਹਨਾਂ ਦੀ ਬਹੁਜਨ ਮੁਕਤੀ ਪਾਰਟੀ ਦਾ ਚੋਣ ਨਿਸ਼ਾਨ ਮੰਜਾ ਹੈ, ਨੈਸ਼ਨਲ ਪਾਰਟੀ ਹੈ। ਦੂਸਰੇ ਪਾਸੇ ਸਮਾਜਵਾਦੀ ਪਾਰਟੀ ਦੇ ਪ੍ਰਭਾਰੀ, ਅੱਜ ਸਾਡੀ ਸਵੇਰੇ ਉਹਨਾਂ ਨਾਲ ਮੀਟਿੰਗ ਹੋਈ ਹੈ, ਉਹ ਕਹਿੰਦੇ ਜਿਹੜੀਆਂ ਸੀਟਾਂ ਤੁਸੀਂ ਮੰਜੇ ਦੇ ਲੜਨੀਆਂ ਲੜ ਲਓ, ਬਾਕੀ ਸਾਡਾ ਸਾਈਕਲ ਹੈਗਾ ਉਹ ਵੀ ਨਿਸ਼ਾਨ ਯੂਜ਼ ਕਰ ਲਓ। ਅਖਿਲੇਸ਼ ਯਾਦਵ ਜੀ ਵੀ ਇਸ ਲਈ ਤਿਆਰ ਨੇ। ਅਸੀਂ ਚਾਹੁੰਦੇ ਸੀ ਕਿ ਮੋਰਚਾ ਕਿਸੇ ਜਿੱਤ ਵੱਲ ਵਧੇ, ਇੱਕਾ ਰਹੇ। ਸਾਡੀ ਕੋਈ ਅਸੀਂ ਮਨੀ ਹੰਗਰ ਜਾਂ ਪਾਵਰ ਹੰਗਰ ਨਹੀਂ ਹੈਗੇ। ਅਸੀਂ ਅੰਤ ਤੱਕ ਸਮਾਂ ਦਿੱਤਾ ਰਾਜੇਵਾਲ ਸਾਹਿਬ ਨੂੰ। ਕੱਲ ਦੁਪਹਿਰ ਤੱਕ ਉਹਨਾਂ ਦੀ ਸਿਲੈਕਸ਼ਨ ਕਮੇਟੀ, ਤਾਲਮੇਲ ਕਮੇਟੀ ਕੋਈ ਸਾਡੇ ਨਾਲ ਤਾਲਮੇਲ ਕਰੇ, ਬੈਠੇ। ਹੁਣ ਦੇਖੋ ਇਹਨਾਂ ਦਾ ਜਿਹੜੀ ਉਹ ਜਥੇਬੰਦੀ ਹੈ ਮੁਕਤਸਰ ਸਾਹਿਬ ਵਾਲੀ, ਕਿਸਾਨ ਮਜ਼ਦੂਰ ਏਕਤਾ, ਇਹਨਾਂ ਨੇ ਉੱਥੇ ਵਾਸ਼ਿੰਗ ਮਸ਼ੀਨਾਂ ਲਾਈਆਂ, ਰਿਫਲੈਕਟਰ ਲਾਏ, ਰਾਹ ਖੋਲੇ, ਲੰਗਰ ਲਾਏ, ਇੱਕ ਸੀਟ ਮੰਗੀ, ਸਿਰਫ ਪਿਆਰ ਭਾਵਨਾ ਨਾਲ ਹਿੱਸਾ ਮੰਗਿਆ, ਉਹ ਵੀ ਦੇਣ ਤੋਂ ਨਾ ਕਰਤੀ, ਕਿਸੇ ਰਜਵਾੜੇ ਨੂੰ ਦਿੱਲੀ ਤੋਂ ਲਿਆ ਕੇ ਦਿੱਤੀ। ਪ੍ਰੋਫੈਸਰ ਮਨਜੀਤ ਦਾ ਨਾਮ ਮੈਂ ਤਾਂ ਰਿਪੀਟ ਕਰ ਰਿਹਾ ਕਿ ਉਹਨਾਂ ਨੇ ਉਹ ਸੀਟਾਂ ਦਵਾਈਆਂ ਜਿਵੇਂ ਪਾਇਲ ਦੀ ਸੀਟ ਹੈ, ਬੰਦੇ ਦੀ ਫੋਟੋ ਭਗਵੰਤ ਮਾਨ ਦੇ ਨਾਲ ਹੈ, ਉਹਦੇ ਲਈ ਉਹ ਵੋਟਾਂ ਮੰਗਦਾ ਰਿਹਾ। ਇੱਕ ਦਿਨ ਪਹਿਲਾਂ ਉਹਨੂੰ ਟਿਕਟ ਦੇ ਦਿੱਤੀ। ਤਲਵੰਡੀ ਸਾਬੋ ਹੈ, ਰਾਜਪੁਰਾ ਹੈ, ਬਸੀ ਪਠਾਣਾ ਹੈ, ਸਭ ਨੂੰ ਪਤਾ ਕਿ ਉਹਦੇ ਸਾਡੇ ਜਟਾਣਾ ਸਾਹਿਬ ਆਏ ਹੋਏ ਨੇ, ਇਹ ਵੀ ਉਮੀਦਵਾਰ ਨੇ ਰੋਪੜ ਦੇ, ਉੱਥੇ ਕਾਂਗਰਸੀ ਨੂੰ ਟਿਕਟ ਦੇ ਦਿੱਤੀ। ਰੋਪੜ ਕਿੰਨਾ ਵੱਡਾ ਹੰਗਾਮਾ ਹੋਇਆ ਟੋਲ ਟੈਕਸ ਤੇ। ਜਿਨ੍ਹਾਂ ਨੇ ਟੋਲ ਟੈਕਸ ਘੇਰੇ, ਰੇਲਾਂ ਰੋਕੀਆਂ, ਰੇਲ ਪਟੜੀਆਂ ਰੋਕ ਕੇ ਰੱਖੀਆਂ, ਸ਼ੰਭੂ ਵੈਰੀ ਮੋਰਚਾ ਲਾਇਆ, ਉਹਨਾਂ ਨੂੰ ਕਿਸੇ ਨੂੰ ਵੀ ਇੱਕ ਨੂੰ ਸੀਟ ਨਹੀਂ ਮਿਲੀ। ਇਹਦਾ ਮਤਲਬ ਹੈ ਸੂਈ ਜਾਂਦੀ ਹੈ ਕਿ ਰਾਜੇਵਾਲ ਸਾਹਿਬ ਕਿਸੇ ਪ੍ਰੈਸ਼ਰ ਹੇਠ ਨੇ। ਅਸੀਂ ਤੁਹਾਡੇ ਮਾਧਿਅਮ ਤੋਂ ਉਸ ਮੋਰਚੇ ਨੂੰ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਤੁਸੀਂ ਗਲਤ ਦਿਸ਼ਾ ਵੱਲ ਵਧ ਰਹੇ ਹੋ। ਟਾਈਮ ਹੈ, ਬਚ ਜਾਓ, ਨਹੀਂ ਤਾਂ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋ ਜਾਏਗਾ। ਮੈਨੂੰ ਇਹ ਲੱਗਦਾ ਕਿ ਅਕਾਲੀ ਦਲ ਨੇ ਤੇ ਕਾਂਗਰਸ ਨੇ ਤੇ BJP ਨੇ ਆਪਣੇ ਵਿੱਚ ਬੰਦੇ ਬਾੜਤੇ, ਜਿਹਦੇ ਕਾਰਨ ਇਹ ਸਾਰਾ ਨੁਕਸਾਨ ਹੋਇਆ। ਸਾਲੋ ਸਾਹਿਬ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਜਦੋਂ ਟਿਕਟਾਂ ਦੀ ਵੰਡ ਹੋ ਰਹੀ ਸੀ ਕਿ ਪੈਸੇ ਲੈ ਕੇ ਟਿਕਟਾਂ ਵੰਡੀਆਂ ਜਾ ਰਹੀਆਂ ਨੇ, ਕੀ ਤੁਸੀਂ ਇਸ ਦੇ ਨਾਲ ਸਹਿਮਤ? ਦੇਖੋ, ਬੜਾ ਵਧੀਆ ਤੁਹਾਡਾ ਸਵਾਲ ਹੈ ਜੀ। ਇਹਦਾ ਆਨਸਰ ਰਾਜੇਵਾਲ ਸਾਹਿਬ ਖੁਦ ਦੇ ਚੁੱਕੇ ਨੇ ਕਿ ਆਮ ਆਦਮੀ ਪਾਰਟੀ 'ਚ ਕਰੋੜਾਂ ਰੁਪਏ ਦੀਆਂ ਟਿਕਟਾਂ ਵਿਕ ਰਹੀਆਂ ਨੇ। ਉਹਨਾਂ ਨੇ ਕਿਹਾ, ਅਸੀਂ ਵੀ ਸੁਣਿਆ, ਤੁਸੀਂ ਵੀ ਸੁਣਿਆ। ਅੱਜ ਉਹਨਾਂ ਬੰਦਿਆਂ ਨੂੰ ਰਾਜੇਵਾਲ ਸਾਹਿਬ ਖੁਦ ਟਿਕਟ ਦੇ ਰਹੇ ਨੇ। ਪਾਇਲ ਹੈ ਜਾਂ ਦੂਸਰੇ ਇਲਾਕੇ ਨੇ, ਜਾਂ ਸਾਡੇ ਕੋਲ ਇਲਾਕਾ ਹੈਗਾ ਬਸੀ ਪਠਾਣਾ ਦਾ ਹੈ, ਰਾਜਪੁਰਾ,
ਰਾਜਪੁਰਾ ਦੇ ਵਿੱਚ ਚੰਦੂ ਮਾਜਰਾ ਸਾਹਿਬ ਜਿਹੜੇ MP ਸਾਹਿਬ ਰਹੇ ਨੇ, ਮੰਤਰੀ ਰਹੇ ਨੇ 85 ਚ, ਉਹਨਾਂ ਦੇ ਭਾਣਜੇ ਨੂੰ ਟਿਕਟ ਦੇ ਦਿੱਤੀ ਫਤਿਹਗੜ੍ਹ। ਔਰ ਦੇਖੋ ਹਰ ਜਗ੍ਹਾ ਦੇ ਉੱਤੇ ਐਦਾਂ ਦਾ ਹੋਇਆ ਤਾਂ ਮਤਲਬ ਸ਼ੱਕ ਦੀ ਸੂਈ ਕਿਤੇ ਜਾਂਦੀ ਹੈ। ਪਰ ਸਿਲੈਕਸ਼ਨ ਕਮੇਟੀ ਜਿਹੜੀ ਹੈ ਲੋਕਾਂ ਨੂੰ ਸੁਣਦੀ ਨਹੀਂ। ਉਹਦਾ ਮੂਲ ਕਾਰਨ ਇਹ ਹੈ ਕਿ ਹਉਮੈਵਾਦੀ ਆਧਾਰ ਤੋਂ ਕੰਮ ਕਰ ਰਹੇ ਨੇ, ਜਿਹਦੇ ਨਾਲ ਸਾਰਾ ਨੁਕਸਾਨ ਹੋਇਆ। ਆ ਦੇਖੋ ਸਾਰੇ MKD ਫਰੰਟ ਦੇ ਆਗੂ ਨੇ, ਮਜ਼ਦੂਰ ਵਰਗਾ ਹਮ ਪਾਰਟੀ ਬੈਠੀ ਹੈ, ਬਾਜਵਾ ਸਾਹਿਬ ਕ੍ਰਿਸਚਨ ਭਾਈਚਾਰੇ ਚੋਂ ਨੇ, ਕਿਸਾਨਾਂ ਮਜ਼ਦੂਰ ਲੋਕ ਅਧਿਕਾਰ ਕਿੱਡੀ ਵੱਡੀ ਸੰਸਥਾ ਇਹ ਵੀ ਸਮਰਥਨ ਕਰ ਗਈ ਹੈ। ਤੁਸੀਂ 12 ਕੁ ਘੰਟੇ ਦੇਖੋ, ਉਧਰੋਂ ਇੰਨੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਦੀਆਂ ਟੁੱਟ ਕੇ ਆ ਕੇ ਸਾਂਝਾ ਪੰਜਾਬ ਮੋਰਚੇ ਨੂੰ ਸਮਰਥਨ ਕਰਨਗੀਆਂ। ਜੇ ਅਸੀਂ ਪਾਵਰ ਹੰਗਰ ਹੁੰਦੇ ਅਸੀਂ 10 ਦਿਨ ਪਹਿਲਾਂ ਇਹ ਕੰਮ ਕਰਦੇ। ਅਸੀਂ ਵੇਟ ਕੀਤੀ ਆ, ਸਤਿਕਾਰ ਕੀਤਾ, ਇੰਤਜ਼ਾਰ ਕੀਤਾ, ਉਹ ਸੁਣਨ ਨੂੰ ਤਿਆਰ ਹੀ ਨਹੀਂ ਹੈ। ਸ਼ੈਲਰ ਤੇ ਬਹਿ ਕੇ ਫੈਸਲੇ ਹੋ ਰਹੇ ਨੇ। ਸ਼ੈਲਰਾਂ ਥੋੜੀ ਰਾਜਨੀਤੀ ਚੱਲੇਗੀ, ਰਾਜਨੀਤੀ ਚੱਲੇਗੀ ਗਰਾਊਂਡ ਤੋਂ, ਜਨਤਾ ਦੇ ਨਾਲ ਵਿੱਚ ਬੈਠ ਕੇ ਟਿਕਟਾਂ ਡਿਸਾਈਡ ਹੋਣਗੀਆਂ। ਸੋ ਇਸ ਕਰਕੇ ਸਾਡੇ ਕੋਲ ਨਿਸ਼ਾਨ ਵੀ ਹੈਗਾ, ਸਾਡੇ ਕੋਲ ਪ੍ਰੋਗਰਾਮ ਵੀ ਹੈਗਾ, ਗ੍ਰਾਸ ਰੂਟ ਤੇ ਸਾਡੇ ਵਰਕਰ ਨੇ, ਸਾਡੀ ਮੂਵਮੈਂਟ ਹੈ। ਸਾਨੂੰ ਕੋਈ, ਅਸੀਂ ਕੱਚੇ ਪੈਰੀ ਨਹੀਂ ਹੈਗੇ, ਸਾਨੂੰ ਕੋਈ ਨਹੀਂ ਹਿਲਾ ਸਕਦਾ। ਪ੍ਰੋਫੈਸਰ ਮਨਜੀਤ, ਮੈਂ ਇਹ ਗੱਲ ਕਹਾਂਗਾ ਕਿ ਅਕਾਲੀ ਦਲ ਦਾ ਪ੍ਰਮੋਟ ਆ, ਉਹਨਾਂ ਨੇ ਵਿੱਚ ਵਾੜਿਆ, ਉਹ ਸਾਰੇ ਮੋਰਚੇ ਨੂੰ ਖਿਲਾਫ ਰਹੇ। किसानों ने पहले बात की कि चुनाव लड़ेंगे, उसके बाद इतने संगठन, इतने दल बन गए, आपको फाइट करना चाहते हैं, मैंने बुला रहे हैं। इतना बड़ा ये आंदोलन था, पूरे पंजाब ने इतना समर्थन दिया, लेकिन आप अलग अलग जो एक ग्रुप बन रहे हैं, आपने भी आज एक अलग मोर्चा तैयार कर दिया, तो इसका नुकसान ही है, आपको लगता है कोई फायदा नहीं? देखो जी, हमारा 1 साल दिल्ली मोर्चे में नरेगा वर्कर फ्रंट का टेंट लगा रहा, नीला झंडा लगा रहा, बाबा साहब अम्बेडकर की और कांशीराम साहब की फोटो लगी हुई है। तब तक तो हमारे को सब प्यार करते थे, बत्ती जथेबंदियां। जब हम हिस्से की बात करते हैं तो वो छोड़ देते हैं। हिस्सेदारी जरूरी है, नुकसान और फायदा तो उन्होंने देखना, क्योंकि अथॉरिटी वो है। अथॉरिटी के आगे हम रिक्वेस्ट कर सकते हैं, बता सकते हैं, फैक्ट्स दे सकते हैं। हमने कहा कि नरेगा के 20 लाख से ज़्यादा कॉपी हैं। MKD फ्रंट का एक जन आधार है, हम पार्टी का जन आधार है, बहुजन मुक्ति पार्टी का जन आधार है। ऐसे जब हम सब लोग हैं, हमारे को कोई हंगर नहीं है, पावर हंगर है। जितनी सीट बनती है 1 2 3 4 मिलके बैठ के बांट लेते हैं। उन लोगों को सीटें दे दी जो सिंगल बॉडी हैं। अब नुकसान तो हो गए जी, नुकसान तो हम नहीं कर रहे, नुकसान वो कर रहे हैं। हम तो फिर भी पंजाब को बचाने के लिए सारे लोग हो रहे हैं। और मुझे लगता है कि जो गवर्नमेंट बनाने की तरफ हम आगे बढ़ रहे थे उससे रुक गए हैं। अभी भी उनके पास टाइम है। जैसे जो लोक अधिकार का मैं सेकंड टाइम नाम रिपीट कर रहा हूँ, इनके पास 100 मेंबरी कमेटी है, हमारे पास नरेगा वर्कर हैं, बहुजन मुक्ति पार्टी के पास एक ग्रास रूट पे वर्क है, उससे राज्यपाल जी को बहुत लॉस होगा। एक्चुअली जो आप लोग का मेन पूछने का तात्पर्य हमसे है, हम आपको बोलना चाहते हैं कि ये जितनी पार्टियां जिन्होंने सिर्फ लोगों को दिखाया कुछ और कर कुछ रहे हैं, उस पर एक बात बोलूंगा, इनके पास सिर्फ पोजीशन है, विजन नहीं। ये जितने लोग बैठे ना, हम लोग के पास आने वाले पंजाब के लिए विजन है, पोजीशन नहीं। लेकिन जब पोजीशन में आएंगे तो विजन भी हम पूरा क्लियर करके दे देंगे पब्लिक को। थैंक यू, धन्यवाद। मत कर छड़ दो अपना। हाँ जी, ਲੱਗਦਾ ਨਹੀਂ ਕਿ ਰਾਜੇਵਾਲ ਨੂੰ ਜਿਹੜਾ ਦੋਸਤ ਉਹਦੇ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਲੋਸ ਹੁੰਦਾ ਹੈ। ਇੱਕ ਮਿੰਟ ਖੜ ਜਾਓ ਵੀਰ ਜੀ, ਰਵਾਇਤੀ ਪਾਰਟੀਆਂ ਫਿਰ ਦੁਬਾਰਾ ਇੱਕ ਵਾਰੀ ਆ ਜਾਣਗੀਆਂ ਪੰਜਾਬ ਦੇ ਵਿੱਚ। ਆਹ ਦੇਖੋ ਜੀ, ਸਾਡੇ ਕੋਲ ਇੱਕ ਲੈਟਰ ਹੈ, ਆ ਲਖਵੀਰ ਸਿੰਘ ਜੀ ਉਮੀਦਵਾਰ ਨੇ ਬਸੀ ਪਠਾਣਾ ਦੇ, ਰਾਜੇਵਾਲ ਸਾਹਿਬ ਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨੇ ਲਿਖ ਕੇ ਦਿੱਤਾ ਕਿ ਲਖਵੀਰ ਸਿੰਘ ਬੌਵੀ ਦਾ ਹੱਕ ਬਣਦਾ, ਪੁਰਾਣਾ ਬੰਦਾ, ਮਿਹਨਤ ਕਰ ਰਿਹਾ ਹੈ। ਔਰ ਕਾਦੀਆਂ ਸਾਹਿਬ ਦੇ ਪ੍ਰਧਾਨ, ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਦੇ ਨਾਮ ਲਿਖੇ ਹੋਏ ਨੇ, ਮੋਬਾਈਲ ਨੰਬਰ ਦਿੱਤੇ ਨੇ, ਅਹੁਦੇ ਲਿਖੇ ਨੇ ਨਾਲ। ਇਹਨਾਂ ਦੀ ਸੀਟ ਕੱਟ ਕੇ ਬਸੀ ਪਠਾਣਾ ਤੋਂ ਉਹਨੂੰ ਦਿੱਤੀ ਹੈ ਜਿਹੜੇ ਚੰਡੀਗੜ੍ਹ ਰਹਿੰਦੇ ਨੇ, ਔਰ ਪ੍ਰੋਫੈਸਰ ਮਨਜੀਤ ਦੀ ਸਿਫਾਰਿਸ਼ ਤੇ ਦਿੱਤੀ ਹੈ। ਹੁਣ ਤੁਸੀਂ ਦੱਸੋ ਵੀ ਰਾਜੇਵਾਲ ਸਾਹਿਬ ਨੂੰ ਜਦੋਂ ਅਸੀਂ ਲੈਟਰ ਵੀ ਦਿੱਤਾ ਔਰ ਇਹਨਾਂ ਦੇ ਪ੍ਰਧਾਨ ਆਪ ਵੀ ਨਾਲ ਗਏ ਨੇ, ਉਹਨਾਂ ਤੇ ਕੋਈ ਅਸਰ ਨਹੀਂ ਹੈ। ਔਰ ਉਹ ਵਿਅਕਤੀ ਸੰਯੁਕਤ ਮੋਰਚੇ ਦਾ ਸੈਕਟਰੀ ਵੀ ਰਿਹਾ ਕਸ਼ਮੀਰਾ ਸਿੰਘ ਜੀ, ਉਹਦੇ ਸਾਈਨ ਤੇ ਉਹ ਨੇ ਸਾਰਾ ਕੁਝ। ਤਾਂ ਇਸ ਕਰਕੇ ਲਾਸ ਤਾਂ ਦੇਖੋ ਜੀ ਹੋਣਾ ਹੀ ਹੈ। ਪਰ ਅਸੀਂ ਇਹ ਚਾਹੁੰਦੇ ਸੀ ਕੱਲ ਸ਼ਾਮ ਤੱਕ ਜਾਂ ਦੁਪਹਿਰ ਤੱਕ ਵੀ ਕਿਸੇ ਢੰਗ ਨਾਲ ਉਹਨਾਂ ਦੀ ਸਿਲੈਕਸ਼ਨ ਕਮੇਟੀ ਸਾਡੇ ਨਾਲ ਬੈਠ ਕੇ ਇੱਕ ਤਾਲਮੇਲ ਕਰੇ, ਸਾਰੇ ਸਮੂਹ ਨਾਲ ਕੋਈ ਰਸਤਾ ਨਿਕਲ ਸਕੇ। ਅੰਤ ਮਜਬੂਰ ਹੋ ਕੇ ਅਸੀਂ ਇਹ ਕੰਮ ਕਰ ਰਹੇ ਹਾਂ। ਅੱਜ ਸ਼ਾਮ ਤੱਕ ਉਹਨਾਂ ਦਾ ਅੱਧਾ ਮੋਰਚਾ ਰਹਿ ਜਾਣਾ। 1278 ਐਪਲੀਕੇਸ਼ਨਾਂ ਚੋਂ 300 ਤੋਂ ਵੱਧ ਬੰਦੇ ਸਾਡੇ ਸੰਪਰਕ 'ਚ ਆ ਚੁੱਕੇ ਨੇ। ਇੱਕ ਸੀਟ ਤੇ 3 ਤੋਂ 4 ਉਮੀਦਵਾਰਾਂ ਦੀ ਸਾਡੇ ਕੋਲ ਜਿਹੜੀ ਹੈਗੀ ਆ 42 ਜਿਹੜੀ ਲਿਸਟ ਹੈ
ਇਹਨੂੰ ਸਾਨੂੰ ਕਲੀਅਰ ਕਰਨ 'ਚ ਇੰਨਾ ਟਾਈਮ ਲੱਗਿਆ ਔਰ ਇੰਨਾ ਪਿਆਰ ਮੁਹੱਬਤ ਨਾਲ ਇਹਨੂੰ ਸੁਲਝਾਇਆ। ਜਿਹੜੇ ਬੰਦੇ ਨੂੰ ਅਸੀਂ ਸੀਟ ਨਹੀਂ ਦੇ ਸਕੇ ਉਹ ਵੀ ਖੁਸ਼ ਹੋ ਕੇ ਗਿਆ ਵੀ ਘੱਟੋ ਘੱਟ ਤੁਸੀਂ ਸਾਨੂੰ ਸੁਣਿਆ ਤਾਂ ਹੈ। 3 ਵਾਰੀ ਅਸੀਂ ਪ੍ਰੈਸ ਕਾਨਫਰੰਸ ਮਹੱਤਵਪੂਰਨ ਕੀਤੀ ਇਹਦੇ ਕਰਕੇ। ਪ੍ਰੋਫੈਸਰ ਮਨਜੀਤ ਦਾ ਕਦੀ ਜੋਗਿੰਦਰ ਯਾਦਵ ਨਾਲ ਨਾ ਜੁੜਦਾ ਸੀਗਾ। ਆਮ ਆਦਮੀ ਪਾਰਟੀ 'ਚ ਜਦੋਂ ਜੋਗਿੰਦਰ ਯਾਦਵ ਸੀਗਾ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਚੰਡੀਗੜ੍ਹ ਦਾ ਪ੍ਰੋਫੈਸਰ ਮਨਜੀਤ ਸਿੰਘ ਨੂੰ ਬਣਾ ਰੱਖਿਆ ਸੀਗਾ ਤੇ ਜੋਗਿੰਦਰ ਯਾਦਵ ਵੀ ਕਿਸਾਨ ਮੋਰਚੇ 'ਚ ਆ ਗਏ ਤੇ ਪ੍ਰੋਫੈਸਰ ਮਨਜੀਤ ਸਿੰਘ ਵੀ ਆ ਗਏ। ਤੇ ਕੀ ਲੱਗਦਾ ਕੋਈ ਮਕਸਦ ਲੈ ਕੇ ਆਏ ਹੋਏ ਨੇ ਇਹ ਜਾਂ ਮਤਲਬ ਕਿ ਜਾਣਬੁੱਝ ਕੇ ਖਰਾਬ ਕਰ ਰਹੇ ਨੇ, ਕੋਈ ਸਾਜ਼ਿਸ਼ ਲੱਗਦੀ ਹੈ? ਦੇਖੋ ਪ੍ਰੋਫੈਸਰ ਮਨਜੀਤ ਜੀ ਨੇ ਪਹਿਲਾਂ ਆਮ ਆਦਮੀ ਪਾਰਟੀ ਤੋੜੀ ਹੈ ਜੀ, ਸਭ ਨੂੰ ਪਤਾ ਹੈ। ਡਾਕਟਰ ਗਾਂਧੀ ਨੂੰ ਚੱਕਿਆ ਤੇ ਨਾਰਵੇ ਨੂੰ ਚੱਕਿਆ, MP ਸਾਹਿਬ ਨੂੰ ਤੋੜਤਾ। ਫਿਰ ਉਸ ਤੋਂ ਬਾਅਦ ਸਵਰਾਜ ਪਾਰਟੀ ਬਣਾਈ, ਉਹ 'ਚ ਵੀ ਫੇਲ ਹੋ ਗਏ। ਤੀਸਰਾ SSM ਮੋਰਚੇ ਦੇ ਇੰਨਾ ਲੋਕਾਂ ਦਾ ਫੇਥ ਸੀ, ਸਾਡਾ ਵੀ ਫੇਥ ਸੀ, ਤੇ ਉਹ ਵੀ ਇਹਨਾਂ ਨੇ ਲਗਭਗ ਤੋੜ ਹੀ ਦੇਣਾ 1-2 ਦਿਨ 'ਚ। ਹੋਰ ਮਕਸਦ ਕੋਈ ਹੈ? ਧੰਨਵਾਦ, ਸ਼ੁਕਰੀਆ ਜੀ। ਬਾਹਰ ਆ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।